ਕੌਰ ਤੁਹਾਡੀ ਬੇਟੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ, ਉਹ ਕਿਹਦੇ ਵੱਲੋਂ ਕੀਤੀ? ਸਰ ਜੀ ਗੋਗੀ ਕੰਨੀ ਧੀਆਂ ਦਾ ਸਾਰੀਆਂ ਦਾ ਇਹੀ ਧੰਦਾ ਵਾ। ਬਹੁਤ ਹੀ ਪਿੰਡ ਦੇ ਸਾਡੇ ਮੁੰਡਿਆਂ ਨੂੰ ਫਸਾਇਆ ਗਿਆ ਹੈ। ਉਹਨਾਂ ਨੇ ਹਰੇਕ ਪਿੰਡ ਦੇ ਬੰਦੇ ਨੂੰ ਇਹ ਬਦਨਾਮ ਕੀਤਾ ਹੋਇਆ ਹੈ, ਪੈਸੇ ਬਣਾਉਂਦੀਆਂ ਨੇ। ਇਹ ਜਨਾਨੀ ਦਾ ਕੰਮ ਇਹੀ ਆ ਕਿ ਜਿਹਦੇ ਨਾਲ ਵੀ ਪਿੰਡ ਹਰੇਕ ਨਾਲ ਇਹਦਾ ਜਦ ਪੰਗਾ ਪੈਂਦਾ ਇਹੀ ਪੈਂਦਾ, ਪੈਸਾ ਲੈ ਕੇ ਇਹਨੇ ਬਾਅਦ 'ਚ ਉਹ 'ਤੇ ਰਿਪੋਰਟ ਹੀ ਲਿਖਾਉਣਾ। ਇਹਦਾ ਕੰਮ ਇਹੀ ਆ ਜੀ, ਹਰੇਕ ਵਾਰੀ ਇਹੀ ਕੰਮ ਕਰਦੀ ਆ, ਹਰੇਕ ਨਾਲ ਇਹਦਾ ਇਹੀ ਕੰਮ ਆ। ਲੜ ਪੈਂਦੀ ਆ, ਲੜ ਕੇ ਬਸ ਛੋਟੀ ਜੀ ਗੱਲ ਤੇ ਥਾਣੇ ਜਾ ਕੇ ਮੇਰਾ ਝੱਗਾ ਪਾੜਤਾ, ਮੇਰਾ ਆਹ ਕਰਤਾ, ਮੇਰਾ ਆਹ ਕਰਤਾ। ਪਹਿਲਾਂ ਥਾਣੇ ਲੈ ਜਾਂਦੀਆਂ ਨੇ, ਉਸ ਤੋਂ ਬਾਅਦ ਉਹ ਫੈਸਲਾ ਕਰਦੀਆਂ ਨੇ, ਫੈਸਲਾ ਕਰਕੇ ਉਹ ਅਗਲਿਆਂ ਤੋਂ ਪੈਸੇ ਵਸੂਲ ਕਰਦੀਆਂ। ਉਹਨਾਂ ਦਾ ਇਹ ਧੰਦਾ ਵਾ। ਅਸੀਂ ਤਾਂ ਜੀ ਐਂ ਕਹਿੰਦੇ, ਮੇਰਾ ਮੁੰਡਾ ਵੀ 2 ਵਾਰੀ ਫਸਾਤਾ ਤੀ ਇਹਨੇ। ਅੱਛਾ ਜੀ। ਜਦੋਂ ਕਹਿੰਦੀ ਮੈਨੂੰ ਫੜ ਲਿਆ, ਮੇਰੀ ਕੁੜੀ ਨੂੰ ਫੜ ਲਿਆ। ਹਾਂਜੀ, ਫਿਰ ਥਾਣੇ ਜਾ ਕੇ ਪੈਸੇ ਲੈ ਲੈਂਦੀ ਹੈ, ਫੈਸਲਾ ਕਰ ਲੈਂਦੀ ਆ। ਤੁਸੀਂ ਦੇਖ ਰਹੇ ਹੋ ਟੂਡੇ 7 ਨਿਊਜ਼ ਤੇ ਮੈਂ ਹਾਂ ਅਨੂਪ ਬੈਂਸ। ਦਰਸ਼ਕੋ, ਬੀਤੇ ਦਿਨੀ ਅਸੀਂ ਇੱਕ ਖਬਰ ਬੜੀ ਪ੍ਰਮੁਖਤਾ ਦੇ ਨਾਲ ਚਲਾਈ ਸੀ, ਜਿਹਦੇ 'ਚ ਅਸੀਂ ਤੁਹਾਨੂੰ ਦਿਖਾਇਆ ਹੈ ਕਿ ਇੱਕ ਲੜਕੀ ਜਿਹਦਾ ਨਾਂ ਕੁਲਵਿੰਦਰ ਕੌਰ ਹੈ, ਆਪਣੇ ਹੀ ਪਿੰਡ ਦੇ ਬਲਾਕ ਸਮਿਤੀ ਮੈਂਬਰ ਗੁਰਜਿੰਦਰ ਸਿੰਘ ਗੋਗੀ, ਉਹਨਾਂ 'ਤੇ ਕਾਫੀ ਗੰਭੀਰ ਦੋਸ਼ ਉਹਨਾਂ ਨੇ ਲਾਏ ਕਿ ਕੁੱਟਮਾਰ ਕੀਤੀ ਗਈ ਹੈ ਗੋਗੀ ਜੀ ਵੱਲੋਂ ਔਰ ਉਹਨਾਂ ਦੀ ਪਤਨੀ ਵੱਲੋਂ। ਬੰਦਕ ਬਣਾ ਕੇ ਜਿਹੜਾ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਔਰ ਕਈ ਰਾਜਨੀਤਿਕ ਪਾਰਟੀਆਂ ਨੇ ਵੀ ਇਸ ਮੁੱਦੇ ਦੇ ਵਿੱਚ ਆਪਣਾ ਸਾਰਾ ਉਹਨਾਂ ਨੇ ਇੰਟਰਸਟ ਦਿਖਾਇਆ ਔਰ ਉੱਥੇ ਜਾ ਕੇ ਲੜਕੀ ਨੂੰ, ਪੀੜਿਤ ਲੜਕੀ ਜਿਹੜੀ ਸੀਗੀ, ਉਸ ਨੂੰ ਵੀ ਮਿਲੇ। ਇਸ ਵਕਤ ਅਸੀਂ ਪਹੁੰਚੇ ਹਾਂ ਪਿੰਡ ਰਾਏਪੁਰ ਬੇਟ, ਜਿੱਥੇ ਦਾ ਇਹ ਵਾਕਿਆ ਹੈ ਔਰ ਅਸੀਂ ਗੱਲਬਾਤ ਕਰਾਂਗੇ ਗੁਰਜਿੰਦਰ ਸਿੰਘ ਗੋਗੀ ਜੀ ਨਾਲ, ਜੋ ਕਿ ਬਲਾਕ ਸਮਿਤੀ ਮੈਂਬਰ ਨੇ ਔਰ ਉਹਨਾਂ 'ਤੇ ਸਾਰੇ ਦੋਸ਼ ਲਗਾਏ ਗਏ ਨੇ। ਜਾਣਕਾਰੀ ਉਹਨਾਂ ਕੋਲੋਂ ਲਵਾਂਗੇ ਕਿ ਇਸ ਪੂਰੇ ਮਾਮਲੇ ਦੇ ਵਿੱਚ ਕਿੰਨੀ ਕੁ ਸੱਚਾਈ ਹੈ। ਗੁਰਜਿੰਦਰ ਜੀ, ਬੀਤੇ ਦਿਨੀ ਇੱਕ ਲੜਕੀ ਜਿਹਦਾ ਨਾਂ ਕੁਲਵਿੰਦਰ ਕੌਰ ਆ, ਉਹਦੇ ਵੱਲੋਂ ਕਾਫੀ ਗੰਭੀਰ ਦੋਸ਼ ਤੁਹਾਡੇ 'ਤੇ ਲਗਾਏ ਗਏ, ਇੱਜ਼ਤ 'ਤੇ ਹੱਥ ਪਾਇਆ ਗਿਆ ਔਰ ਬੰਦਕ ਬਣਾ ਕੇ ਜਿਹੜਾ ਕੁੱਟਮਾਰ ਕੀਤੀ ਗਈ। ਇਸ ਪੂਰੇ ਮਾਮਲੇ 'ਤੇ ਤੁਸੀਂ ਵੀ ਇੱਕ ਵਾਰੀ ਚਾਨਣਾ ਪਾ ਦਿਓ ਕਿ ਕੀ ਸੱਚਾਈ ਹੈ। ਸੱਚਾਈ ਇਹ ਹੈ ਜੀ ਵੀ ਉਹ ਕੌਮ ਕਲਾਂ ਵੱਲੋਂ ਆਏ ਆ ਮੋਟਰਸਾਈਕਲ 'ਤੇ, ਦੋਨੋਂ ਹੀ ਭੈਣਾਂ ਸੀਗੀਆਂ, ਇੱਕ ਉਹਦਾ ਭਰਾ ਸੀਗਾ ਛੋਟਾ ਜੀ। ਅਤੇ ਉਹ ਆ ਕੇ ਘਰ ਮੂਹਰੇ ਆਪਣੇ ਖੜ੍ਹੇ ਹੋ ਕੇ ਗੇਟ ਨੂੰ ਧੱਕਾ ਮਾਰਿਆ। ਮੇਰੀ ਮਿਸਿਜ ਮੀਂਹ ਪੈ ਕੇ ਹਟਿਆ ਸੀ, ਉਹ ਘਰ ਦੇ ਨਾਲ ਗੇਟ 'ਤੇ ਮਾੜਾ ਜਿਹਾ ਪਾਣੀ ਜਿਹਾ ਖੜ੍ਹਦਾ, ਉਹ ਕੱਢ ਰਹੇ ਸੀ ਅਤੇ ਇਹਨਾਂ ਨੂੰ ਆ ਕੇ ਉਹਨੂੰ ਹੱਥੋਂ ਪਾਈ ਹੋ ਗਈ ਜੀ। ਇਹ ਹੱਥੋਂ ਪਾਈ ਹੁੰਦੇ ਅਤੇ ਪਤਾ ਹੀ ਸੀਗਾ ਕੱਲ੍ਹ 1-2 ਦਿਨ ਪਹਿਲਾਂ ਇਹ ਗਾਲਾਂ ਕੱਢ ਕੇ ਗਏ ਸੀ। ਇਹਨਾਂ ਦਾ ਧਿਆਨ ਰਹਿੰਦਾ ਜੀ ਹਰੇਕ ਬੰਦੇ ਦਾ ਆਉਂਦੇ ਜਾਂਦੇ ਦਾ ਵੀ ਕਿੱਧਰ ਨੂੰ ਜਾਂਦੇ ਆ, ਕਿੱਥੋਂ ਆਉਂਦੇ ਨੇ। ਉਹ ਮੇਰੇ ਛੋਟੇ ਭਰਾ ਦੇ ਘਰੋਂ ਗੇਟ ਦੇ ਮੂਹਰੇ ਖੜੀ ਦੇਖਦੀ ਸੀ ਵੀ ਕਿੱਧਰ ਨੂੰ ਜਾਂਦੇ ਨੇ, ਅਤੇ ਉਹਨੇ ਦੇਖਿਆ ਵੀ ਖੜ੍ਹ ਗਏ, ਉਹ ਵੀ ਉੱਧਰੋਂ ਤੁਰੇ ਜੀ ਇੱਧਰ ਨੂੰ। ਉਹਨੂੰ ਦੇਖ ਕੇ ਅਤੇ ਇੱਧਰੋਂ ਚਾਚੀ ਹੁਣਾਂ ਵੀ ਆ ਗਈਆਂ। ਉਹਨੂੰ ਦੇਖ ਕੇ ਫਿਰ ਇਹ 2 ਉਹ ਮੁੰਡਾ ਅਤੇ ਕੁੜੀ ਉਹ ਭੱਜ ਗਏ ਅਤੇ ਇਹਨੂੰ ਮੇਰੀ ਵਾਈਫ ਨੇ ਫੜ ਕੇ ਬਿਠਾ ਲਿਆ। ਗੋਗੀ ਜੀ, ਇੱਕ ਵੀਡੀਓ ਚੈਨਲ ਨੇ ਵਾਇਰਲ ਕੀਤੀ ਸੀਗੀ, ਜਿਹਦੇ ਵਿੱਚ ਤੁਸੀਂ ਇਹ ਕਿਹਾ ਸੀਗਾ ਕਿ ਸਾਰਾ ਜਿਹੜਾ ਪੋਲੀਟੀਕਲ ਪ੍ਰੋਪੋਗੈਂਡਾ ਔਰ ਤੁਹਾਡੀ ਇੱਕ ਵਿਰੋਧੀ ਧਿਰ ਜਿਹੜੀ ਤੁਹਾਡੇ ਖਿਲਾਫ ਸਰਪੰਚੀ 'ਚ ਖੜੀ ਹੋਈ ਸੀਗੀ, ਉਹਨਾਂ ਦੇ ਵੱਲੋਂ ਜਿਹੜਾ ਇਹ ਸਾਰਾ ਮਤਲਬ ਇੱਕ ਸਵਾਂਗ ਰਚਿਆ ਗਿਆ ਔਰ ਤੁਹਾਡੇ 'ਤੇ ਜਿਹੜਾ ਮਤਲਬ ਇੱਕ ਪੋਲੀਟੀਕਲ ਪ੍ਰੈਸ਼ਰ ਬਣਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ। ਬਿਲਕੁਲ ਇਹੀ ਹੈ ਜੀ, ਬਦਨਾਮ ਕਰਨ ਵਾਸਤੇ, ਸਾਨੂੰ ਸਾਡੇ ਪਰਿਵਾਰ ਨੂੰ ਬਦਨਾਮ ਕਰਨ ਵਾਸਤੇ ਵੀ ਇਹਨਾਂ ਦਾ ਨੁਕਸਾਨ ਹੋਵੇ ਕਿਸੇ ਨਾ ਕਿਵੇਂ। ਅਤੇ ਉਹ ਕੁਲਵਿੰਦਰ ਸਿੰਘ ਆ ਸਾਡਾ ਵਿਰੋਧੀ ਆ ਜੀ ਮੇਰਾ, ਉਹ 2008 'ਚ ਮੇਰੇ ਨਾਲ ਸਰਪੰਚੀ ਇਲੈਕਸ਼ਨ ਲੜਿਆ ਸੀ, ਉਹ ਹਾਰ ਗਿਆ। ਉਦੋਂ ਤੋਂ ਹੀ ਇਹ ਕੰਮ ਕਰ ਰਿਹਾ ਵਾ। 2008 ਮੈਂ ਜਦੋਂ ਸਰਪੰਚ ਬਣਿਆ, ਉਸ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਇਹਨੇ ਇਸ ਕੁੜੀ ਦੀ ਮਾਂ ਤੋਂ ਐਪਲੀਕੇਸ਼ਨ ਮੇਰੇ 'ਤੇ ਦਵਾਈ, ਇਹੀ ਦੋਸ਼ ਲਵਾ ਕੇ ਵੀ ਮੈਨੂੰ ਫੜ ਲਿਆ, ਮੈਨੂੰ ਫੜ ਕੇ ਅੰਦਰ ਸੁੱਟ ਲਿਆ। ਉਦੋਂ ਅਸੀਂ ਇਹਨੂੰ 40,000 ਰੁਪਏ ਦੇ ਕੇ ਤੋਂ ਖੜਾ ਛਡਾਇਆ ਜੀ। ਉਦੋਂ ਸਰਕਾਰ ਅਕਾਲੀ ਦਲ ਦੀ ਸੀਗੀ, ਇੱਕ ਇਹਨਾਂ ਦਾ ਧੱਕਾ ਚੱਲਦਾ ਸੀਗਾ, ਅਸੀਂ ਮਿਹਨਤ ਵਾਲਾ ਕਰਕੇ ਖੜਾ ਛਡਾ ਲਿਆ। ਤਾਂ ਉਸ ਵੇਲੇ ਵੀ ਇਹ ਕਦੋਂ 2008 ਦੀ ਗੱਲ ਹੈ, ਜਦੋਂ ਪਹਿਲਾਂ ਵੀ ਤੁਹਾਡੇ 'ਤੇ ਸੇਮ ਇਸੇ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਸੀ? ਹਾਂਜੀ, 2008 ਦੀ। ਅਤੇ ਉਸ ਵੇਲੇ ਕੀ ਸੈਟਲਮੈਂਟ ਹੋਈ ਸੀ? 40,000 ਰੁਪਏ ਦਿੱਤਾ ਜੀ ਇਹਨਾਂ ਨੂੰ, ਫਿਰ ਫੈਸਲਾ ਕਰਿਆ ਜੀ। ਤੁਸੀਂ ਕੁਝ ਹੋਰ ਵੀ ਸਾਨੂੰ ਪੰਚਾਇਤੀ ਰਾਜੇਨਾਮੇ ਦਿਖਾਏ ਸੀਗੇ, 3 ਜਾਂ 4 ਪੰਚਾਇਤੀ ਰਾਜੇਨਾਮੇ, ਜਿਹਦੇ ਵਿੱਚ ਸਾਰਿਆਂ 'ਚ ਪੈਸਿਆਂ ਦੀ ਸੈਟਲਮੈਂਟ ਸੀਗੀ, ਉਹ ਕੀ ਕੇਸ ਸੀਗੇ? ਉਹ ਵੀ ਇਹੀ ਕੇਸ ਨਹੀਂ ਸੀ, ਪਿੰਡ ਦੇ ਮੁੰਡੇ ਕਈਆਂ ਨਾਲ ਹੋਇਆ ਜੀ, ਇੱਕ ਨਾਲ ਥੋੜ੍ਹੀ। ਇਹਨਾਂ ਤਾਂ ਆਪ ਦੇ ਚਾਚੇ ਤਾਇਆ ਨਹੀਂ ਬਖਸ਼ੇ ਹੈਗੇ ਸੀ। ਜਿਵੇਂ ਇਹਦੀ ਮਾਂ ਵਾ, ਉਹ ਆਪਦੇ ਦਿਓਰ ਨੂੰ, ਜੇਠ ਨੂੰ, ਹਰੇਕ ਨੂੰ ਕਹਿੰਦੀ ਆ ਮੈਨੂੰ ਇਹਨੇ ਐਂ ਗਲਤ ਕਹਿਤਾ। ਹੁਣ ਆਪਾਂ ਤਾਂ ਕੋਈ ਇਹੋ ਜਿਹੀਆਂ ਗੱਲਾਂ ਬੋਲ ਵੀ ਨਹੀਂ ਸਕਦੇ ਜੋ ਬੋਲਦੀਆਂ ਨੇ ਜੀ। ਹਾਂਜੀ, ਕਿ ਲੜਕੀ ਦੇ ਪਿਤਾ ਨੇ ਦੋਸ਼ ਲਗਾਇਆ ਸੀਗਾ ਕਿ ਉਹਨੇ ਆਪਣੀ ਕੋਈ ਲੇਬਰ ਕੀਤੀ ਸੀਗੀ ਤੁਹਾਡੇ ਕੋਲ, ਉਹਦੇ ਪੈਸੇ ਲੈਣ ਆਏ। ਸਭ ਤੋਂ ਪਹਿਲਾਂ ਜਿਹੜਾ ਕੁੱਟਮਾਰ ਲੜਕੀ ਦੇ ਪਿਤਾ ਨਾਲ ਕੀਤੀ ਗਈ, ਉਸ ਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਜੀ, ਮੇਰੇ ਨਾਲ ਤਾਂ ਕੋਈ ਕੁੱਟਮਾਰ ਨਹੀਂ, ਨਾ ਉਹਦਾ ਮੇਰੇ ਨਾਲ ਕੋਈ ਲੈਣ ਦੇਣਾ ਜੀ। ਮੇਰੇ ਭਰਾ ਨਾਲ ਸੀਗਾ, ਚਾਚੇ ਦੇ ਮੁੰਡੇ ਨਾਲ, ਉਹਦੇ ਨਾਲ ਹੋਊਗਾ, ਪਰ ਉਹਨੇ ਵੀ ਪੈਸੇ ਦਿੱਤੇ ਹੋਏ ਨੇ ਐਵੇਂ ਖਾਮ ਖਾਈ। ਉਹ 2 ਜਣਿਆਂ ਨੇ ਰਿਓ ਪਾਇਆ ਸੀਗਾ, ਪੈਸੇ ਉਹਨੇ ਉਹਨਾਂ ਨੂੰ ਸਾਰੇ ਦਿੱਤੇ। ਇਹਦਾ ਪਿਓ ਲੈ ਗਿਆ ਕੁੜੀ ਦਾ, ਉਹ ਲੈ ਗਿਆ ਤਾਂ ਉਹਨੇ ਦੂਜੇ ਨੂੰ ਦਿੱਤੇ ਨਹੀਂ। ਦੂਜਾ ਉਹਦੇ ਘਰੇ ਮੰਗਣ ਆਉਂਦਾ, ਵਾਰ-ਵਾਰ ਮੰਗਣ ਆਉਂਦਾ, ਤਾਂ ਉਹਨੇ ਇਹਨੂੰ ਰਸਤੇ 'ਚ ਕਿਤੇ ਮਿਲ ਗਿਆ, ਉਹਨੇ ਇਹਨੂੰ ਖੜਾ ਕੇ ਪੁੱਛਿਆ ਤੂੰ ਉਹਨੂੰ ਪੈਸੇ ਕਾਹਤੇ ਨਹੀਂ ਦਿੰਦਾ, ਮੇਰੀ ਬਦਨਾਮੀ ਕਰਦਾ। ਘਰੇ ਆ ਕੇ ਬੋਲਦੇ ਨੇ ਵੀ ਸਾਨੂੰ ਪੈਸੇ ਦੇ, ਤੂੰ ਪੈਸੇ ਲੈ ਗਿਆ ਵੀ ਉਹਨਾਂ ਦੇ ਦੇ। ਇਹ ਗੱਲ ਹੋਈ ਹੈ।
ਗੁਰਜਿੰਦਰ ਜੀ, ਵਿਰੋਧੀ ਧਿਰ ਦੇ ਕਾਫੀ ਨੇਤਾ ਜਿਹੜੇ ਉਹਨਾਂ ਕੋਲ ਗਏ ਨੇ, ਕੁਝ ਆਮ ਆਦਮੀ ਪਾਰਟੀ 'ਚ ਥੋੜ੍ਹੇ ਦਿਨ ਪਹਿਲਾਂ ਜੁਆਇਨ ਹੋਏ ਨੇ ਅਨਮੋਲ ਗਗਨ ਮਾਨ ਜੀ ਸਿੰਗਰ, ਉਹਨਾਂ ਨੇ ਵੀ ਇਹਦੇ 'ਚ ਕਾਫੀ ਜਿਹੜਾ ਸੀਰੀਅਸਲੀ ਇਸ ਮੈਟਰ ਨੂੰ ਲਿਆ। ਇਸ ਤਰ੍ਹਾਂ ਦੇ ਜਿਹੜੇ ਲੀਡਰ ਨੇ ਜਿਹੜੇ ਮਤਲਬ ਬਿਨਾਂ ਦੂਸਰੀ ਧਿਰ ਦਾ ਪੱਖ ਸੁਣੇ ਬਿਆਨਬਾਜ਼ੀ ਕਰਦੇ ਨੇ, ਉਹਨਾਂ ਨੂੰ ਤੁਸੀਂ ਕੁਝ ਕਹਿਣਾ ਚਾਹੋਗੇ? ਮੈਂ ਤਾਂ ਜੀ ਆਪਾਂ ਤਾਂ ਉਹਨਾਂ ਨੂੰ ਬੇਨਤੀ ਕਰ ਸਕਦੇ ਹਾਂ ਵੀ ਤੁਸੀਂ ਥੋੜ੍ਹਾ ਬਹੁਤਾ ਤਾਂ ਇਹ ਦੇਖੋ ਵੀ ਇਹ 'ਚ ਸੱਚਾਈ ਹੋ ਸਕਦੀ ਆ। ਉਹ ਬੀਬਾ ਦੇ ਸਾਹਮਣੇ ਉਹਨੇ ਦੱਸਦੀ ਆ ਵੀ ਪਹਿਲਾਂ ਮੇਰਾ ਆਹ ਕੁੜਤਾ ਪਾੜਿਆ ਜੀ, ਉਹ ਆ ਦੂਜੇ ਦਿਨ ਜਦੋਂ ਅਸੀਂ ਦੱਸਤਾ ਵੀ ਲੋਕਾਂ ਨੂੰ ਵੀ ਆਹ ਤਾਂ ਉਹਦੇ ਕੱਪੜੇ ਨਹੀਂ ਸੀ ਪਾਏ, ਦੂਜੇ ਦਿਨ ਦੂਜਾ ਕੁੜਤਾ ਵੀ ਦਿਖਾਉਣ ਲੱਗ ਗਈ 3 ਦਿਨਾਂ ਬਾਅਦ ਵੀ ਆਹ ਵੀ। ਕੀ ਮਾਮਲਾ ਸੀਗਾ ਜੀ? ਕਿਉਂਕਿ ਤੁਹਾਡੇ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਜਿਸ ਦਿਨ ਦਾ ਇਹ ਵਾਕਿਆ ਉਸ ਦਿਨ ਉਹਨੂੰ ਲੜਕੀ ਨੇ ਕੱਪੜੇ ਪਹਿਲਾਂ ਹੋਰ ਪਾਏ ਹੋਏ ਸੀਗੇ ਔਰ ਜਿਹੜੀ ਵੀਡੀਓ ਨੂੰ ਵਾਇਰਲ ਕੀਤੀ ਉਹਦੇ ਵਿੱਚ ਕੱਪੜੇ ਚੇਂਜ ਸੀਗੇ, ਉਹ ਕੀ ਵਾਕਿਆ ਜੀ? ਉਹਦੀ ਕੱਪੜੇ ਇਹ ਸੀਗੇ ਵੀ ਉਹਦੇ ਜਿਸ ਟਾਈਮ ਇੱਥੇ ਆਈ ਆ ਸਾਡੇ ਘਰੇ, ਉਹਦੇ ਨਵਾਂ ਸੂਟ ਪਾਇਆ ਸੀ ਪਿੰਕ ਲਾਈਟ ਪਿੰਕ ਕਲਰ ਦਾ, ਅਤੇ ਉਹ ਕੱਪੜੇ ਬਿਲਕੁਲ ਸਾਫ਼ ਸੁਥਰੇ। ਜਦੋਂ ਪੁਲਿਸ ਆ ਕੇ ਲੈ ਕੇ ਗਈ ਆ, ਉਹਨੂੰ ਬਕਾਇਦਾ ਪੁਲਿਸ ਨੇ ਵੀਡੀਓ ਬਣਾ ਕੇ ਲੈ ਕੇ ਗਈ ਆ ਸਾਡੇ ਘਰੋਂ, ਉਹਦੇ ਵਿੱਚੋਂ ਪੁਲਿਸ ਕੋਲੇ ਵੀਡੀਓ ਹੋਊਗੀ, ਉਹ ਦਿਖਾ ਦੇਣਗੇ ਵੀ ਉਹ ਕੱਪੜੇ ਹੈ ਹੀ ਨਹੀਂ ਜਿਹੜੇ ਉਹ ਪਾਟੇ ਦਿਖਾ ਰਹੀ ਆ, ਉਹ ਤਾਂ ਉਹਦੇ ਕੱਪੜੇ ਹੀ ਨਹੀਂ ਸੀ ਪਾਏ ਹੋਏ। ਉਹ ਤਾਂ ਉਹਨਾਂ ਨੇ ਬਾਅਦ 'ਚ ਪੁਰਾਣਾ ਸੂਟ ਜਾ ਕੇ ਘਰੇ ਪਾੜ ਕੇ, ਉਹ ਸਾਡੇ ਵਿਰੋਧੀ ਰਹੇ ਜੀ। ਇੱਕ ਤਾਂ ਉਹ ਭੱਬੂ ਆ ਮੁੰਡਾ, ਉਹਦਾ ਗੁਰਦੀਪ ਸਿੰਘ ਪਤਾ ਨਹੀਂ ਬਿੰਦਰੇ ਦਾ ਮੁੰਡਾ, ਇੱਕ ਉਹ ਹੈ, ਇੱਕ ਕੁਲਵਿੰਦਰ ਸਿੰਘ ਪੱਪੂ ਆ, ਇੱਕ ਦੋ ਹੋਰ ਨੇ ਸਾਡੇ ਮੁਖਤਿਆਰ ਸਿੰਘ ਵਿਰੋਧੀ ਨੇ, ਜਿਨ੍ਹਾਂ ਨੇ ਸਾਡੇ ਦੇ ਪਰਚੇ ਵੀ ਦਰਜ ਕਰਾਏ ਅਕਾਲੀ ਦਲ ਦੀ ਸਰਕਾਰ ਦੀ, ਕਿਉਂਕਿ ਅਸੀਂ ਸ਼ੁਰੂ ਤੋਂ ਕਾਂਗਰਸੀ ਹਾਂ ਜੀ। ਅਕਾਲੀ ਦਲ ਦੀ ਸਰਕਾਰ ਸਾਨੂੰ ਇਹਨਾਂ ਨੇ ਬਹੁਤ ਹਰਾਸ ਕਰਿਆ ਜੀ। ਹੁਣ ਇਹ ਤਾਂ ਮੌਕਾ ਭਾਲਦੇ ਰਹਿੰਦੇ ਆ ਵੀ ਆਹ ਹੁਣ ਕੁੜੀ ਨੂੰ ਚੱਕ ਕੇ ਉੱਥੇ ਲੈ ਕੇ, ਕੋਈ ਏਡੀ ਗੱਲ ਹੈ ਹੀ ਨਹੀਂ ਗੀ ਜੀ। ਗੁਰਜਿੰਦਰ ਜੀ, ਇੱਕ ਤੁਹਾਡੇ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਕਿ ਜਿਹੜੀ ਕੁੱਟਮਾਰ ਹੈ ਅਸਲ 'ਚ ਸਾਡੇ ਵੱਲੋਂ ਨਹੀਂ ਹੋਈ ਔਰ ਜਿਹੜਾ ਲੜਕੀ ਦੇ ਸਹੁਰਾ ਪਰਿਵਾਰ ਵੱਲੋਂ ਕੀਤੀ ਗਈ ਸੀਗੀ, ਇਹ ਦਾਅਵਾ ਤੁਸੀਂ ਕਿਸ ਜਿਹੜਾ ਬਿਨਾਂ 'ਤੇ ਕਰ ਰਹੇ ਹੋ? ਸਰ ਮੇਰੇ ਕੋਲ ਆਡੀਓ ਉਹਨਾਂ ਦੀ ਅਤੇ ਲੜਕੀ ਦੀ ਮਾਂ ਦੀ ਅਤੇ ਉਹਦੀ ਮਾਸੀ ਦੀ ਆਪਸ ਵਿੱਚ ਗੱਲਾਂ ਕਰ ਰਹੀਆਂ ਨੇ ਵੀ ਕੁੜੀ ਨੂੰ ਬਹੁਤ ਜ਼ਿਆਦਾ ਕੁੱਟ ਕੇ ਉਹਨਾਂ ਨੇ ਭਜਾਤਾ, ਪਤਾ ਨਹੀਂ ਕਿੱਥੇ ਸਿੱਟਤੀ। ਉਹ 1 ਦਿਨ ਪਹਿਲਾਂ ਦੀ ਗੱਲ ਹੈ ਜੀ, ਇਸ ਵਾਕਿਏ ਤੋਂ 1-2 ਦਿਨ ਪਹਿਲਾਂ ਦੀ ਗੱਲ ਆ। ਰਿਕਾਰਡਿੰਗ ਦੇ ਵਿੱਚ ਵੀ ਸਾਡੀ ਡੇਟ ਹੋਊਗੀ, ਅਤੇ ਉਹਨਾਂ ਨੇ ਕੁੱਟਮਾਰ ਹੋਈ ਆ ਸਾਡੇ ਨਾਲ, ਤਾਂ ਕੁੱਟਮਾਰ ਹੀ ਨਹੀਂ ਹੋਈ ਜੀ ਕੋਈ। ਇਹਨਾਂ ਨੇ ਗਾਲਾਂ ਕੱਢੀਆਂ, ਉਹ ਫੜ ਕੇ ਇਸ ਕਰਕੇ ਬਿਠਾ ਲਈ ਵੀ ਉਹ ਕੋਈ ਨਹੀਂ 4 ਬੰਦੇ ਆਉਣਗੇ, ਉਹਨਾਂ ਨੂੰ ਦਿਖਾਵਾਂਗੇ ਵੀ ਦੇਖੋ ਇਹ ਕੀ ਕਰਦੇ ਨੇ। ਘਰੇ ਆ ਕੇ ਵੀ ਪੈਣ ਲੱਗੀਆਂ, ਚਲੋ ਬਾਹਰ ਤਾਂ ਗਾਲਾਂ ਕੱਢਦੀਆਂ ਸੀਗੀਆਂ, ਲੋਕਾਂ ਨੂੰ ਕੱਢੀ ਜਾਂਦੀਆਂ ਨੇ, ਗਲਤ ਬਲਤ ਬੋਲੀ ਜਾਂਦੀਆਂ ਨੇ, ਘਰ ਆ ਕੇ ਵੀ ਹਮਲਾ ਕਰਨ ਲੱਗ ਗਈਆਂ। ਉਹ ਤਾਂ ਇਸ ਕਰਕੇ ਉਹਨੂੰ ਫੜ ਕੇ ਬਿਠਾਇਆ ਨਹੀਂ, ਬਿਠਾ ਕੇ ਵੀ ਉਹ ਤੋਂ ਕੀ ਕਰਾਉਣਾ ਸੀ। ਵਾਈਫ ਨੇ ਫੜ ਕੇ ਬਿਠਾਇਆ ਘਰੇ। ਇਹ ਸਭ ਤੋਂ ਪਹਿਲਾਂ ਕਿਉਂਕਿ ਜੀ ਜਿਹੜੀ ਕੁਲਵਿੰਦਰ ਕੌਰ ਦੀ ਵੀਡੀਓ ਵਾਇਰਲ ਹੋਈ ਹੈ, ਉਸ ਵੀਡੀਓ ਦੀ ਸ਼ੁਰੂਆਤ ਤੋਂ ਅਗਰ ਆਪਾਂ ਦੇਖੀਏ ਤਾਂ ਕੁਲਵਿੰਦਰ ਕੌਰ ਹੱਸ ਕੇ ਜਿਹੜਾ ਆਪਣੀ ਗੱਲ ਨੂੰ ਰੱਖ ਰਹੀ ਹੈ ਔਰ ਬਤੌਰ ਅਸੀਂ ਜੇ ਇੱਕ ਸਮਾਜਿਕ ਪ੍ਰਾਣੀ ਦੇ ਦੇਖੀਏ ਤਾਂ ਅਗਰ ਕਿਸੇ ਲੜਕੀ ਨਾਲ ਇੱਦਾਂ ਦੀ ਵਾਰਦਾਤ ਹੋਈ ਹੋਵੇ ਤਾਂ ਉਹਦੇ ਵਾਸਤੇ ਮਤਲਬ ਬੋਲਣਾ ਤਾਂ ਦੂਰ, ਹੱਸਣਾ ਬਹੁਤ ਜਿਹੜਾ ਮੁਸ਼ਕਿਲ ਹੋ ਜਾਂਦਾ। ਅਤੇ ਉਹ ਸਾਰਾ ਉਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ? ਉਹਦੇ ਬਾਰੇ ਸਰ ਇਹ ਆ ਗੱਲ ਵੀ ਸਾਡੇ ਪਿੰਡ ਦੇ ਵਿਰੋਧੀ ਜਿਹੜੇ ਮੇਰੇ ਹੈਗੇ ਨੇ 2-3-4 ਕੁ ਹੈਗੇ ਆ, ਉਹਨਾਂ ਨੇ ਹੀ ਇਹ ਢੌਂਗ ਰਚਿਆ ਵਾ। ਉਹ ਜਿਹੜਾ ਭੱਬੂ ਆ ਤੁਹਾਡੇ ਕੋਲ ਨਾਂ ਲੈਣਾ, ਇਹ ਸਾਰੀ ਵੀਡੀਓ ਉਹਦੀ ਬਣਾਈ ਹੋਈ ਆ। ਉਹਨੇ ਕੀ ਕਰਿਆ, ਇਹਨੂੰ ਚੱਕ ਚਕਾ ਵੀ ਉਹਨਾਂ ਦੇ ਘਰੇ ਹੁੰਦਾ ਸਾਰਾ ਕੁਝ, ਘਰੇ ਉਹਨਾਂ ਦੇ ਸਾਰੀ ਪਲੈਨਿੰਗ ਹੋਈ ਆ। ਉੱਥੋਂ ਲਿਆ ਕੇ ਉਹਨਾਂ ਨੇ ਫਿਰ ਉਹ ਕੁੜਤਾ ਵੀ ਆਪੇ ਪਾੜਿਆ, ਉਹ ਕੱਪੜੇ ਨਹੀਂ ਸੀ ਉਹਦੇ ਪਾਏ ਹੋਏ, ਆਪ ਪਾੜ ਕੇ ਆਪ ਹੀ ਢੌਂਗ ਰਚਾ ਕੇ ਸਾਰਾ ਕੁਝ ਆਪ ਹੀ ਕਰਤਾ ਜੀ। ਭੈਣ ਜੀ, ਤੁਹਾਡੇ ਤੇ ਕਾਫੀ ਜਿਹੜੇ ਗੰਭੀਰ ਦੋਸ਼ ਕੁਲਵਿੰਦਰ ਕੌਰ ਨੇ ਲਾਏ ਆ। ਤੁਹਾਡੇ ਪਿੰਡ ਦੀ ਹੀ ਲੜਕੀ ਆ ਔਰ ਪਿੰਡਾਂ 'ਚ ਅਕਸਰ ਕਿਹਾ ਜਾਂਦਾ ਕਿ ਧੀਆਂ ਭੈਣਾਂ ਜਿਹੜੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ, ਪਰ ਇੱਕ ਪਿੰਡ ਦੀ ਧੀ ਜਦੋਂ ਏਡੇ ਵੱਡੇ ਇਲਜ਼ਾਮ ਲਾਏਗੀ ਤੇ ਇਹ ਗੱਲ ਕਿੰਨੀ ਕੁ ਵਾਜਬ ਹੈ? ਬਹੁਤ ਗਲਤ ਗੱਲ ਹੈ ਜੀ। ਮੈਂ ਉਹਨੂੰ ਬਾਅਦ ਚੋਂ ਵੀ ਇਹੀ ਗੱਲ ਕਹੀ ਸੀਗੀ ਵੀ ਬੇਟੇ ਏਕਣ ਕਿਸੇ ਨੂੰ ਨਹੀਂ ਕਹੀਦਾ, ਤੂੰ ਸਾਡੀ ਬੱਚੀਆਂ ਵਰਗੀ ਆ, ਪਰ ਤੂੰ ਬਹੁਤ ਗਲਤ ਇਲਜ਼ਾਮ ਲਗਾ ਰਹੀ ਆ ਸਾਡੇ ਤੇ। ਪਰ ਉਹਨੇ ਸਮਝੀ ਨਹੀਂ ਇਹ ਗੱਲ। ਅਤੇ ਜਦੋਂ ਮੈਂ ਗੇਟ ਅੱਗੇ ਆਪਦੇ ਅੰਦਰਲੇ ਪਾਸੇ ਪਾਣੀ ਕੱਢ ਰਹੀ ਸੀ ਬਾਰਿਸ਼ ਦਾ, ਉਹ ਬੇਟੀ ਆ ਕੇ ਅੰਦਰ ਮੈਨੂੰ, ਉਹਦੀ ਨਾਲੇ ਦੋਨੇ ਭੈਣਾਂ ਸੀਗੀਆਂ, ਉਹ ਇੱਕ ਉਹਨਾਂ ਦਾ ਭਾਈ ਸੀਗਾ, ਮੈਨੂੰ ਧੱਕਾ ਮੁੱਕੀ ਕੀਤੀ। ਅਤੇ ਉਹ ਜਦ ਨੂੰ ਮੈਂ ਰੌਲਾ ਪਾਇਆ, ਆਂਢ ਗੁਆਂਢ ਇਕੱਠਾ ਹੋਇਆ ਅਤੇ ਉਹਨਾਂ 2 ਤਾਂ ਭੱਜ ਗਏ, ਇੱਕ ਭਾਈ ਭੱਜ ਗਿਆ, ਇੱਕ ਉਹਨਾਂ ਦੀ ਭੈਣ ਭੱਜ ਗਈ। ਅਤੇ ਉਸ ਕੁੜੀ ਨੂੰ ਮੈਂ ਸੁੱਖੀ ਨੂੰ ਫੜ ਕੇ ਮੰਜੇ 'ਤੇ ਬਿਠਾਇਆ, ਨਾਲ ਮੇਰੇ ਹੋਰ ਵੀ ਪਿੰਡ ਦੀਆਂ ਵੀ ਸੀਗੀਆਂ ਬੀਬੀਆਂ, ਪਰ ਉਹਨੂੰ ਮੈਂ ਕੋਈ ਕੁੱਟਮਾਰ ਨਹੀਂ ਕੀਤੀ। ਉਹ ਤਾਂ ਬਿਲਕੁਲ ਗਲਤ ਇਲਜ਼ਾਮ ਲਗਾ ਰਹੀ ਆ ਸਾਡੇ 'ਤੇ। ਉਹ ਤਾਂ 2-3 ਦਿਨ ਪਹਿਲਾਂ ਸਹੁਰਿਆਂ ਦੀ ਕੁੱਟੀ ਹੋਈ ਸੀਗੀ ਜੀ, ਇਸ ਕਰਕੇ ਉਹ ਸਾਨੂੰ ਬਹੁਤ ਹੀ ਝੂਠਾ ਫਸਾ ਰਹੀ ਆ। ਕੋਈ ਉਹਦੇ 'ਤੇ ਕੁਛ ਨਹੀਂ, ਮੇਰਾ ਨਾ ਬੇਟਾ ਘਰੇ ਸੀਗਾ, ਨਾ ਮੇਰਾ ਹਸਬੈਂਡ ਘਰੇ ਸੀਗਾ, ਮੈਂ ਇਕੱਲੀ ਹੀ ਘਰ ਸੀਗੀ। ਔਰ ਇਸ ਪੂਰੇ ਮਾਮਲੇ ਦੇ ਵਿੱਚ ਕਿਉਂਕਿ ਕਾਫੀ ਲੋਕਾਂ ਨੇ ਇਹਦਾ ਜਿਹੜਾ ਪ੍ਰਸੰਗ ਕੀਤਾ ਹੈ ਔਰ ਲੋਕਾਂ ਨੇ ਕਾਫੀ ਇੰਟਰਸਟ ਦਿਖਾਇਆ, ਪੋਲੀਟੀਕਲ ਪਾਰਟੀਆਂ ਨੇ ਵੀ ਦਿਖਾਇਆ, ਆਪਣੀ ਆਵਾਜ਼ ਤੁਸੀਂ ਲੋਕਾਂ ਸਾਹਮਣੇ ਕੀ ਰੱਖਣਾ ਚਾਹੋਗੇ? ਲੋਕਾਂ ਵਾਸਤੇ ਕੋਈ ਅਪੀਲ ਕਰਨਾ ਚਾਹੁੰਦੇ ਹੋ? ਕਿਉਂਕਿ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਗਲਤ ਹੋ ਰਿਹਾ ਤਾਂ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਨਾਲ ਜਿਹੜੀ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾ ਸਕਦੇ ਹੋ। ਮੈਂ ਤਾਂ ਸਰ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਸਾਰਿਆਂ ਦੇ ਸਾਹਮਣੇ, ਪਰ ਵੀ ਜੋ ਇਨਸਾਫ ਆ ਉਹੀ ਰੱਖਣਾ ਚਾਹੀਦਾ। ਬਿਲਕੁਲ ਝੂਠਾ ਇਲਜ਼ਾਮ ਲਗਾਉਂਦੀਆਂ ਨੇ ਉਹ ਮਾਵਾਂ ਧੀਆਂ ਦਾ, ਸਾਰੀਆਂ ਦਾ ਇਹੀ ਧੰਦਾ ਵਾ। ਬਹੁਤ ਹੀ ਪਿੰਡ ਦੇ ਸਾਡੇ ਮੁੰਡਿਆਂ ਨੂੰ ਫਸਾਇਆ ਗਿਆ ਹੈ, ਪਰ ਸਮਝਣਾ ਇਹ ਚਾਹੀਦਾ, ਇੱਕ ਮਾਂ ਨੂੰ ਆਪਦੀ ਬੱਚੀ ਨੂੰ ਚੰਗੀ ਆਦਤ ਦੱਸਣੀ ਚਾਹੀਦੀ ਆ, ਪਰ ਉਹ ਇੰਨੀ ਗਲਤ ਗੱਲਾਂ ਕਹਿ ਹੁੰਦੀ ਆ ਬੱਚੀਆਂ ਤੋਂ। ਉਹਨਾਂ ਨੇ ਹਰੇਕ ਪਿੰਡ ਦੇ ਬੰਦੇ ਨੂੰ ਇਹ ਬਦਨਾਮ ਕੀਤਾ ਹੋਇਆ ਹੈ, ਪੈਸੇ ਬਣਾਉਂਦੀਆਂ ਨੇ।
ਪਹਿਲਾਂ ਥਾਣੇ ਲੈ ਜਾਂਦੀਆਂ ਨੇ, ਉਸ ਤੋਂ ਬਾਅਦ ਉਹ ਫੈਸਲਾ ਕਰਦੀਆਂ ਨੇ, ਫੈਸਲਾ ਕਰਕੇ ਉਹ ਅਗਲਿਆਂ ਤੋਂ ਪੈਸੇ ਵਸੂਲ ਕਰਦੀਆਂ। ਉਹਨਾਂ ਦਾ ਇਹ ਧੰਦਾ ਵਾ। ਹਾਂਜੀ, ਮੈਂ ਇਹੀ ਕਹਿਣਾ ਚਾਹੁੰਦੀ ਹਾਂ, ਪਰ ਸੋਚਣ ਤਾਂ ਸਹੀ, ਕੋਈ ਵੀ ਮਾਂ ਆਪਣੀ ਬੱਚਿਆਂ ਦੇ ਸਾਹਮਣੇ ਇਹੋ ਜਿਹੀ ਕਿਸੇ ਆਪਦੇ ਹਸਬੈਂਡ ਤੋਂ ਹਰਕਤ ਕਰਾ ਲੂਗੀ ਘਰ ਵਾਲੀ, ਪਰ ਲੋਕ ਸਮਝਦੇ ਨਹੀਂ ਹੈਗੇ। ਜਿਹੜੇ ਲੋਕ ਉਹਦਾ ਸਾਥ ਦਿੰਦੇ ਨੇ ਉਹ ਇਹ ਤਾਂ ਗੱਲ ਸਮਝਣ ਵੀ ਸਾਡੇ ਵੀ ਧੀਆਂ ਨੇ, ਸਾਡੀਆਂ ਧੀਆਂ ਨੂੰ ਵੀ ਕੱਲ੍ਹ ਨੂੰ ਗਾਲਾਂ ਕੱਢੂ, ਸਾਡੇ ਉੱਤੇ ਵੀ ਇਲਜ਼ਾਮ ਲਾਊਗੀ, ਪਰ ਉਹ ਸਾਡੇ ਤੋਂ ਵਿਰੁੱਧ ਚੱਲ ਰਹੇ ਨੇ। ਉਹਨਾਂ ਨਾਲ ਸਾਡਾ ਪਹਿਲਾਂ 8-9 ਸਾਲ ਪਹਿਲਾਂ ਕੇਸ ਚੱਲਿਆ ਸੀਗਾ, ਉਹਨਾਂ ਨੇ ਸਾਨੂੰ ਬਹੁਤ ਹੀ ਬਦਨਾਮ ਜਾਣ ਕੇ ਕੀਤਾ ਹੋਇਆ ਵਾ। ਦਰਸ਼ਕੋ, ਪੂਰਾ ਜਿਹੜਾ ਇਹ ਮਾਮਲਾ ਕਾਫੀ ਤੂਲ ਫੜਦਾ ਹੋਇਆ ਨਜ਼ਰ ਆ ਰਿਹਾ ਔਰ ਦਿਨੋ ਦਿਨ ਜਿਹੜਾ ਮਾਮਲਾ ਹੋਰ ਭਖਦਾ ਨਜ਼ਰ ਆ ਰਿਹਾ। ਅੱਜ ਇਸ ਮਾਮਲੇ ਦੇ ਵਿੱਚ ਅਸੀਂ ਇਹਨਾਂ ਦੇ ਕੁਲਵਿੰਦਰ ਕੌਰ ਦੇ ਪਿੰਡ ਪਹੁੰਚੇ ਔਰ ਕਈ ਵੱਡੇ ਖੁਲਾਸੇ ਜਿਹੜੇ ਅੱਜ ਇਸ ਇੰਟਰਵਿਊ ਦੇ ਮਾਧਿਅਮ ਨਾਲ ਹੋਣਗੇ, ਕਿਉਂਕਿ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ ਲੜਕੀ ਦੇ ਤਾਇਆ ਜੀ ਔਰ ਆਪਣੇ ਪਰਿਵਾਰਿਕ ਮੈਂਬਰ ਨੇ, ਕਾਫੀ ਕਲੋਜ਼ ਰਿਲੇਸ਼ਨ ਦੇ ਵਿੱਚ ਨੇ। ਉਹਨਾਂ ਨੇ ਵੀ ਕਾਫੀ ਵੱਡੇ ਦਾਅਵੇ ਜਿਹੜੇ ਨੇ ਇਸ ਪਰਿਵਾਰ ਦੇ ਵਿਰੁੱਧ ਕੀਤੇ ਨੇ ਔਰ ਅਗਲੀ ਗੱਲਬਾਤ ਤੁਹਾਡੀ ਉਹਨਾਂ ਦੇ ਨਾਲ ਕਰਵਾਵਾਂਗੇ ਔਰ ਤੁਸੀਂ ਖੁਦ ਸੁਣੋ ਕਿ ਉਹਨਾਂ ਦਾ ਲੜਕੀ ਦੇ ਬਾਰੇ ਯਾਨੀ ਕਿ ਕੁਲਵਿੰਦਰ ਕੌਰ ਬਾਰੇ ਕੀ ਕਹਿਣਾ ਹੈ। ਸਾਡੀ ਭਤੀਜੀ ਆ ਜੀ, ਕੁਲਵਿੰਦਰ ਕੌਰ ਭਤੀਜੀ ਆ ਸਾਡੀ ਜੀ ਉਹ ਜੀ। ਤੇ ਤੁਸੀਂ ਪੂਰੇ ਜਿਹੜਾ ਇਲਜ਼ਾਮ ਤੁਹਾਡੇ ਪਿੰਡ ਦੇ ਹੀ ਇੱਕ ਪਰਿਵਾਰ ਤੇ ਲਗਾਇਆ ਗਿਆ ਕਿ ਕਾਫੀ ਜਿਹੜਾ ਧੱਕਾ ਉਹਨਾਂ ਦੇ ਨਾਲ ਹੋਇਆ, ਮਾਰਕੁੱਟ ਕੀਤੀ ਗਈ ਔਰ ਬੰਦਕ ਬਣਾ ਕੇ, ਇਸ ਮਾਮਲੇ ਦੇ ਵਿੱਚ ਕਿੰਨੀ ਕੁ ਸੱਚਾਈ? ਇਹ ਬਿਲਕੁਲ ਗਲਤ ਆ ਜੀ, ਜਿਵੇਂ ਗਲਤ ਆ ਇਹ ਗੱਲ। ਇਹਨਾਂ ਦਾ ਕੰਮ ਹੀ ਇਹ ਆ ਜੀ, ਇਹ ਹਰੇਕ ਬੰਦੇ ਨੇ ਇਹੀ ਕੰਮ ਕਰਦੀਆਂ ਨੇ। ਜਿੱਥੇ ਵੀ ਲੜਾਈ ਹੋਊ ਇਹਨਾਂ ਦੀ, ਉੱਥੇ ਇਹਨਾਂ ਨੇ ਇਹ ਕੰਮ ਕਰਨਾ। ਲੜ ਕੇ ਗਲਤੀ ਉਹਨਾਂ ਦੀ ਹੋਊਗੀ, ਜਾਂ ਕਿ ਰਿਪੋਰਟ ਉਹਨਾਂ ਦੇ ਕੇ ਆਉਣੀ ਥਾਣੇ। ਜੀ, ਤੁਹਾਡੇ ਦੋਨਾਂ ਪਰਿਵਾਰਾਂ ਦੇ ਆਪਸ 'ਚ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਰਿਸ਼ਤੇ ਨੇ? ਸਾਡਾ ਉਹਦੇ ਨਾਲ ਉਹਦੇ ਨਾਲ ਵਰਤ ਵਰਤਾਈ ਨਹੀਂ ਹੈਗਾ ਜੀ। ਅਗੇ ਤਾਂ ਸਾਡਾ ਕਈ ਸਾਲ ਹੋ ਗਏ, ਮੈਨੂੰ ਪਹਿਲਾਂ 15 ਸਾਲ ਦਾ ਗੇੜ ਹੋ ਗਿਆ, ਅਸੀਂ ਤਾਂ ਉਹਦੇ ਨਾਲ ਵਰਤ ਵਰਤਾ ਛੱਡਿਆ ਹੋਇਆ। ਅਸੀਂ ਤਾਂ ਉਹਦੇ ਨਾਲ ਵਰਤਦੇ ਨਹੀਂ ਹੈਗੇ, ਕਿਉਂ ਮੇਰੇ ਨਾਲ ਵੀ ਕਈ ਵੀ ਕੀਤਾ ਉਹਨਾਂ ਨੇ। 1-2 ਵਾਰੀ ਮੈਨੂੰ ਥਾਣੇ ਵੀ ਫਸਾਇਆ ਉਹਨਾਂ ਨੇ, ਫਿਰ ਆਪਾਂ ਜਦ ਤੋਂ ਬਾਅਦ ਉਹਨਾਂ ਨਾਲ ਬਾਈਕਾਟ ਕਰਤਾ, ਆਪਾਂ ਨਹੀਂ ਮੁੜ ਕੇ ਉਹਨਾਂ ਨੂੰ ਬੁਲਾਇਆ ਹੈਗਾ ਜੀ। ਵਿਆਹ ਸ਼ਾਦੀ ਦੇ ਵਿੱਚ ਵੀ ਨਹੀਂ ਸੱਦੇ ਆਪਾਂ ਕਦੇ ਉਹ। ਜੀ, ਤੁਹਾਡਾ ਕੀ ਨਾਮ ਹੈ ਜੀ? ਨਛੱਤਰ ਹੈ ਜੀ। ਤੁਸੀਂ ਕੀ ਕਹਿਣਾ ਚਾਹੋਗੇ ਇਸ ਪੂਰੇ ਮਾਮਲੇ ਦੇ ਵਿਸ਼ੇ 'ਚ? ਅਸੀਂ ਤਾਂ ਇਹੀ ਕਹਣਾ ਚਾਹਾਂਗੇ, ਇਨਸਾਫ ਚਾਹੀਦਾ ਜੀ। ਇਹ ਬਿਲਕੁਲ ਗਲਤ ਬੋਲਦੀਆਂ ਨੇ, ਕੋਈ ਇਹ ਸੱਚਾਈ ਨਹੀਂ ਹੈਗੀ। ਜਿਹੜੇ ਕਰਦੀਆਂ ਨੇ, ਸਾਡੇ ਕੱਪੜੇ ਪਾੜਦੇ, ਸਾਡਾ ਆਹ ਕਰਤਾ ਜੀ ਕਰਤਾ, ਕੋਈ ਕਿਸੇ ਦਾ ਕੱਪੜਾ ਨਹੀਂ ਪਾੜਿਆ। ਅਸੀਂ ਇੱਥੇ ਮੌਕੇ ਦੇ ਕੋਲੇ ਹੀ ਸੀਗੇ, ਕੋਈ ਇਹਨਾਂ ਦਾ ਕੱਪੜਾ ਨਹੀਂ ਪਾੜਿਆ ਹੈਗਾ। ਇਹ ਐਵੇਂ ਧੱਕਾ ਕਰਦੀਆਂ ਨੇ, ਹੁਣ ਪੈਸੇ ਲੈਂਦੀਆਂ ਨੇ, ਫੈਸਲੇ ਕਰ ਲੈਂਦੀਆਂ ਨੇ, ਉਹਦੇ 'ਤੇ ਕੀ ਹੋਣਾ ਹੈ। ਇਸ ਵਕਤ ਅਸੀਂ ਮੌਜੂਦ ਹਾਂ ਪਿੰਡ ਰਾਏਪੁਰ ਬੇਟ ਦੇ ਵਿੱਚ, ਜਿੱਥੇ ਸਾਰਾ ਇਹ ਮਾਮਲਾ ਹੋਇਆ ਔਰ ਕਾਫੀ ਜਿਹੜੇ ਆਰੋਪ ਗੰਭੀਰ ਲਗਾਏ ਗਏ ਨੇ ਪਿੰਡ ਦੇ ਹੀ ਬਲਾਕ ਸਮਿਤੀ ਮੈਂਬਰ ਗੁਰਜਿੰਦਰ ਸਿੰਘ ਗੋਗੀ ਦੇ ਵਿੱਚ। ਔਰ ਸਾਡੇ ਨਾਲ ਇਸ ਵਕਤ ਪਿੰਡ ਦੇ ਹੀ ਕੁਝ ਲੋਕ ਜੁੜੇ ਹੋਏ ਨੇ ਜਿਹੜਾ ਨੇ ਗੁਰਜਿੰਦਰ ਸਿੰਘ ਗੋਗੀ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ ਔਰ ਇਨਸਾਫ ਦੀ ਮੰਗ ਕੀਤੀ ਹੈ। ਜਾਣਕਾਰੀ ਪਿੰਡ ਵਾਸੀਆਂ ਤੋਂ ਲਵਾਂਗੇ, ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਕਿ ਇਸ ਪੂਰੇ ਮਾਮਲੇ ਦੇ ਵਿੱਚ ਉਹ ਕੀ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਤੁਹਾਡਾ? ਸਤਿ ਸ਼੍ਰੀ ਅਕਾਲ, ਰਜਿੰਦਰ ਸਿੰਘ ਜੀ। ਰਜਿੰਦਰ ਸਿੰਘ ਜੀ, ਤੁਹਾਡੇ ਪਿੰਡ ਦੀ ਹੀ ਇੱਕ ਲੜਕੀ ਹੈ ਕੁਲਵਿੰਦਰ ਕੌਰ, ਜਿਹਦੇ ਵੱਲੋਂ ਕਾਫੀ ਗੰਭੀਰ ਆਰੋਪ ਲਗਾਏ ਗਏ ਕਿ ਗੁਰਜਿੰਦਰ ਸਿੰਘ ਗੋਗੀ ਵੱਲੋਂ ਉਹਦੀ ਇੱਜ਼ਤ 'ਤੇ ਹੱਥ ਪਾਇਆ ਗਿਆ ਔਰ ਬੰਦਕ ਬਣਾ ਕੇ ਕੁੱਟਮਾਰ ਕੀਤੀ ਗਈ। ਇਸ ਪੂਰੇ ਮਾਮਲੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਾਰਾ ਕੁਝ ਝੂਠ ਆ ਜੀ। ਜਿਹੜੇ ਇਹ ਮਗਰ ਵੈਸੇ ਹੀ ਚੱਕੀ ਫਿਰਦੇ ਨੇ। ਪਹਿਲਾਂ ਜਿੱਦਣ WhatsApp 'ਤੇ ਵੀਡੀਓ ਬਣੀ ਆ, ਇਹ ਭੱਬੂ ਆ ਇੱਕ ਪੰਜੀਟੇ ਪਿੰਡ ਦਾ, ਇਹਨੇ ਝੂਠਾ ਪੱਤਰਕਾਰ ਬਣ ਕੇ ਵੀਡੀਓ ਬਣਾ ਕੇ ਉਹ ਵਾਇਰਲ ਕੀਤੀ ਆ, ਨਜਾਇਜ਼ ਐਵੇਂ, ਜਮਾਂ ਹੀ ਗਲਤ। ਹਾਂਜੀ। ਤੇ ਉਸ ਤੋਂ ਬਾਅਦ ਜਿਹੜਾ ਇਹ ਸਾਰਾ ਮਾਮਲਾ ਹੁਣ ਕਾਫੀ ਜਿਹੜਾ ਚਰਚਾ ਦੇ ਵਿੱਚ ਬਣਿਆ ਹੋਇਆ ਔਰ ਪੁਲਿਸ ਕੇਸ ਵੀ ਸਾਰਾ ਮੰਗ ਕੀਤੀ ਜਾ ਰਹੀ ਹੈ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਸੱਚਾਈ ਕੋਈ ਲੁਕੋਈ ਵੀ ਗਈ ਹੈ? 100% ਲੁਕੋਈ ਗਈ ਹੈ ਜੀ। ਜੋ ਵੀ ਆਉਂਦਾ ਉੱਥੇ ਹਸਪਤਾਲ 'ਚ ਪਏ ਨੇ, ਉਹ ਕਹਿੰਦੇ ਆ ਪਿੰਡ 'ਚ ਆਉਣ, ਜਿਹੜਿਆਂ ਨੂੰ ਉੱਥੇ ਹਸਪਤਾਲ 'ਚ ਇੰਟਰਵਿਊ ਦਿੰਦੇ ਨੇ ਉਹਨਾਂ ਨੂੰ ਨਾਲ ਲਿਆ ਕੇ ਪਿੰਡ 'ਚੋਂ ਵੀ ਲੈਣ ਇੰਟਰਵਿਊ। ਆਪਾਂ ਤਾਂ ਕਹਿੰਦੇ ਹਾਂ ਉੱਥੇ 4 ਬਣਾ ਲੈਂਦੇ 4 ਬੰਦੇ, ਇੱਥੋਂ ਪਿੰਡ 'ਚ ਆ ਕੇ ਪਤਾ ਕਰਨ, ਇਲਾਕੇ 'ਚੋਂ ਪਤਾ ਕਰਨ। ਅਸੀਂ ਇਹ ਨਹੀਂ ਕਹਿੰਦੇ ਵੀ ਜਿਹੜਾ ਮਰਜ਼ੀ ਆਓ, ਪਰ ਸੱਚਾਈ ਤਾਂ ਸਾਹਮਣੇ ਕਰੋ। ਇੱਕ ਦਾ ਪੱਖ ਸੁਣ ਕੇ ਉਹਦੇ ਮਗਰ ਥੋੜ੍ਹੀ ਲੱਗੀ। ਸੱਚਾਈ ਪਿੰਡ 'ਚੋਂ ਆ ਕੇ ਪੁੱਛੋ, ਇਲਾਕੇ 'ਚ ਪੁੱਛੋ, ਆਲੇ ਦੁਆਲੇ ਸਾਰਾ ਪਿੰਡ ਏਰੀਆ ਵੱਸਦਾ ਜੀ। ਸੋ ਕੁਛ ਔਰਤਾਂ ਵੀ ਪਿੰਡ ਦੀਆਂ ਸਾਡੇ ਨਾਲ ਜੁੜੀਆਂ ਹੋਈਆਂ ਨੇ, ਕਿਉਂਕਿ ਔਰਤਾਂ ਦਾ ਪੱਖ ਲੈਣਾ ਬਹੁਤ ਜ਼ਰੂਰੀ ਸੀਗਾ, ਕਿਉਂਕਿ ਇੱਕ ਔਰਤ ਨੇ ਹੀ ਗੰਭੀਰ ਆਰੋਪ ਲਗਾਏ ਨੇ। ਅਗਰ ਕਿਸੇ ਔਰਤ ਦੇ ਨਾਲ ਧੱਕਾਸ਼ਾਹੀ ਹੁੰਦੀ ਹੈ ਤੇ ਔਰਤਾਂ ਜਿਹੜੀਆਂ ਹਮੇਸ਼ਾ ਇੱਕ ਸੇਮ ਜੈਂਡਰ ਦੇ ਨਾਲ ਹਮੇਸ਼ਾ ਖੜ੍ਹਦੀਆਂ ਨੇ, ਪਰ ਇਸ ਮਾਮਲੇ ਦੇ ਵਿੱਚ ਔਰਤਾਂ ਨੇ ਵੀ ਜਿਹੜਾ ਸ਼ਿਕਾਇਤੀ ਧਿਰ ਹੈ ਉਸ ਦੇ ਖਿਲਾਫ ਜਿਹੜੀ ਗੱਲਬਾਤ ਕੀਤੀ ਹੈ। ਜਾਣਕਾਰੀ ਇਹਨਾਂ ਕੋਲੋਂ ਲਵਾਂਗੇ ਜੀ। ਹਾਂਜੀ, ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ ਜੀ। ਹਾਂਜੀ, ਉਹ ਲੇਡੀਜ਼ ਦਾ ਕੰਮ ਇਹੀ ਆ, ਹਰ ਇੱਕ 'ਤੇ ਉਹ ਇਸੇ ਤਰ੍ਹਾਂ ਦੇ ਆਰੋਪ ਲਾ ਰਹੀ ਆ ਵੀ ਮੈਨੂੰ ਫਲਾਨਾ ਛੇੜ ਰਿਹਾ, ਧਮਕੜਾ ਛੇੜ ਰਿਹਾ। ਅੱਧ ਤੋਂ ਵੱਧ ਪਿੰਡ ਵਿੱਚ ਉਹਦੀਆਂ ਇਹੀ ਰਿਪੋਰਟਾਂ ਨੇ। ਹਰ ਇੱਕ ਥਾਣੇ 'ਚ ਜਾਂਦੀ ਆ, ਕਿਸੇ ਨੇ 10,000 'ਚ ਫੈਸਲਾ ਕਰ ਰਹੀ ਹੈ, ਕਿਸੇ ਨੇ 5,000 'ਚ ਫੈਸਲਾ ਕਰ ਰਹੀ ਆ। ਉਹਦਾ ਕੰਮ ਇਹੀ ਆ, ਉਹਨੇ ਬਿਜ਼ਨਸ ਬਣਾਇਆ ਹੋਇਆ ਵਾ ਆਪਣਾ ਬਸ ਇੱਕ। ਹੁਣ ਉਹ ਕੁੜੀਆਂ ਨੂੰ ਇਹੀ ਕੰਮ 'ਤੇ ਲਾ ਰਹੀ ਆ ਆਪਣੇ 'ਤੇ। ਕੁੜੀਆਂ ਨੂੰ ਚੰਗੀ ਸਿੱਖਿਆ ਦੇਵੇ, ਉਹਨਾਂ ਨੂੰ ਉਹਦੇ ਸਹੁਰਿਆਂ 'ਚ ਵਸਾਵੇ। ਦੋਨੋਂ ਕੁੜੀਆਂ ਆਪਣੇ ਕੋਲ ਰੱਖੀ ਬੈਠੀ ਆ ਉਹ।
ਇਹੀ ਕੰਮ ਵਾਸਤੇ। ਅੱਜ ਜੋ ਵੀ ਸਿਆਸੀ ਕਹਿ ਰਹੇ ਨੇ ਕਿ ਅਸੀਂ ਹੈ ਨਾ ਇਸ ਲੜਕੀ ਦੇ ਨਾਲ ਆ, ਸਾਡੇ ਕੋਲ ਵੀ ਆ ਕੇ ਪੁੱਛਣ, ਪਿੰਡ ਦੇ ਸਰਪੰਚ ਨੇ ਉਹਨਾਂ ਤੋਂ ਪੁੱਛਣ, ਸੱਚਾਈ ਤਾਂ ਪੁੱਛਣ ਆ ਕੇ। ਸੱਚਾਈ ਕੋਈ ਨਹੀਂ ਪੁੱਛ ਰਿਹਾ, ਸਿਰਫ ਉਹਨਾਂ ਦੀਆਂ ਸੁਣ ਕੇ ਸਾਨੂੰ ਨਾ ਸ਼ਰਾਬ ਬੋਲ ਰਹੇ ਆ। ਕੁਝ ਪੁੱਛਣ ਤਾਂ ਸਹੀ ਆ ਕੇ, ਪਿੰਡ 'ਚ ਆ ਕੇ ਪੁੱਛਣ, ਸਾਡੇ ਕੋਲ ਨਾ ਪੁੱਛਣ। ਪਜੱਟਾ ਪਿੰਡ ਨਾਲ ਲੱਗਦਾ, ਹੋਰ ਪਿੰਡ ਨਾਲ ਲੱਗਦੇ, ਜਿੱਥੋਂ ਮਰਜ਼ੀ ਪੁੱਛ ਸਕਦੇ ਨੇ ਉਹ ਆ ਕੇ ਕੀ ਸੱਚਾਈ ਆ। ਉਹ ਸਭ ਕੁਝ ਝੂਠ ਬੋਲ ਰਹੇ ਨੇ, ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ। ਕੁੜੀ ਦੇ ਕੱਪੜੇ ਬਿਲਕੁਲ ਸਹੀ ਸੀ, ਮੈਂ ਉਸ ਟਾਈਮ ਬਕਾਇਦਾ ਕੋਲ ਖੜੀ ਸੀ। ਪੁਲਿਸ ਨੇ ਵੀਡੀਓ ਬਣਾਈ ਹੋਈ ਆ, ਪਿੰਕ ਸੂਟ ਵਿੱਚ ਬਿਲਕੁਲ ਸਹੀ ਸੀ। ਫਰੋਜੀ ਸੂਟ ਉਹਨੇ ਆਪਣੇ ਆਪ ਜਾਣ ਕੇ ਫਾੜਿਆ ਵਾ, ਦੂਸਰੇ ਦਿਨ ਉਹਨੇ ਦੂਸਰਾ ਸੂਟ ਫਾੜ ਲਿਆ। ਗਲਤ ਆ ਇਹ ਗੱਲ। ਇੱਕ ਹੋਰ ਦਾਅਵਾ ਕੀਤਾ ਗਿਆ ਸੀਗਾ ਕਿ ਜਿਹੜੀ ਕੁੱਟਮਾਰ ਉਹ ਲੜਕੀ ਦੇ ਸਹੁਰਾ ਪਰਿਵਾਰ ਵੱਲੋਂ ਕੀਤੀ ਗਈ ਹੈ, ਉਹਦੇ ਬਾਰੇ ਕੀ ਕਹੋਗੇ? ਹਾਂਜੀ, ਉਹ ਸਾਡੇ ਕੋਲ ਬਕਾਇਦਾ ਰਿਕਾਰਡਿੰਗ ਪਈ ਆ। ਉਹਦੀਆਂ ਮਾਂ ਜੀ ਤੇ ਉਹਦੀ ਮਾਸੀ ਜੀ ਗੱਲ ਕਰ ਰਹੇ ਨੇ ਕਿ ਉਹ ਮਾਂ ਉਹਦੀ ਗੱਲ ਕਰ ਰਹੀ ਆ ਕਿ ਮੇਰੀ ਕੁੜੀ ਨੂੰ ਕੁੱਟਿਆ ਗਿਆ ਉਹਦੇ ਸਹੁਰਿਆਂ ਨੇ। ਉਹ ਪਹਿਲਾਂ 2 ਦਿਨ ਪਹਿਲਾਂ ਆਪਣੇ ਸਹੁਰਿਆਂ ਤੋਂ ਕੁੱਟ ਖਾ ਕੇ ਆਈ, ਇੱਥੇ ਆ ਕੇ ਇਲਜ਼ਾਮ ਲਾਤੇ ਕਿ ਸਾਨੂੰ ਇਹਨਾਂ ਨੇ ਕੁੱਟਿਆ ਵਾ। ਸਾਡੇ ਕੋਲ ਰਿਕਾਰਡਿੰਗ ਹਜੇ ਵੀ ਪਈ ਆ, ਸਬੂਤ ਪਿਆ ਉਹਦਾ। ਸਰ ਜੀ, ਅੱਜ ਤੋਂ 10-15 ਦਿਨ ਪਹਿਲਾਂ ਮੇਰੇ ਖਿਲਾਫ ਇਹਨੇ ਰਿਪੋਰਟ ਲਿਖਾਇਆ ਕਿਉਂਕਿ ਇਹਨਾਂ ਨੂੰ ਪੈਸਿਆਂ ਦੀ ਲੋੜ ਸੀ। ਮੇਰੇ ਕੋਲ ਜਾ ਕੇ ਇਹਦੇ ਘਰ ਵਾਲਾ ਮੇਰੇ ਕੋਲ ਕੰਮ ਕਰਦਾ ਸੀ। ਇਹ 2000 ਰੁਪਇਆ ਲਿਆ ਕੇ ਕਹਿੰਦਾ ਜੀ ਭਾਈ ਪੈਸੇ ਨਹੀਂ ਪੂਰੇ ਹੋਣਗੇ ਤਾਂ ਖੇਤ ਮੇਰੇ ਕੋਲ 1.5 ਕਨਾਲ ਹੈਗਾ, ਉਹ ਠੇਕਾ ਵਾਹ ਲਿਓ। ਪੈਸੇ ਲਏ ਦੇ ਬਾਅਦ ਪੈਸੇ ਲੈ ਕੇ ਆ ਗਈ ਤੇ 30 ਚੌਥੇ ਦਿਨ ਮੈਂ ਰਿਪੋਰਟ ਪੁਲਿਸ ਵਾਲਾ ਮੇਰੇ ਕੋਲ ਆਇਆ। ਉਹਨੇ ਨਹੀਂ ਪੁੱਛਿਆ, ਮੈਂ ਕਿਹਾ ਜੀ ਉਹਦਾ ਘਰ ਵਾਲਾ ਮੇਰੇ ਨਾਲ ਹੈ, ਉਹਨੂੰ ਪੁੱਛੋ ਤੁਸੀਂ। ਘਰ ਵਾਲੇ ਨੇ ਉੱਥੇ ਬਿਆਨ ਦਿੱਤਾ ਬਈ ਇਹ ਗੱਲ ਗਲਤ ਹੈ ਜੀ, ਇਹਨੇ ਕੁਝ ਵੀ ਨਹੀਂ ਕਿਹਾ ਉਹਨੂੰ। ਮੈਂ ਇੰਨਾ ਹੀ ਕਹਿਣਾ ਚਾਹੂੰਗਾ ਕਿ ਇਹ ਜਨਾਨੀ ਦਾ ਕੰਮ ਇਹੀ ਆ ਕਿ ਜਿਹਦੇ ਨਾਲ ਵੀ ਪਿੰਡ ਹਰੇਕ ਨਾਲ ਇਹਦਾ ਜਦ ਪੰਗਾ ਪੈਂਦਾ ਇਹੀ ਪੈਂਦਾ। ਪੈਸਾ ਲੈ ਕੇ ਇਹਨੇ ਬਾਅਦ 'ਚ ਉਹ 'ਤੇ ਰਿਪੋਰਟ ਹੀ ਲਿਖਾਉਣਾ। ਸੋ ਕੁਝ ਹੋਰ ਪਿੰਡ ਵਾਸੀ ਵੀ ਜੁੜੇ ਹੋਏ ਨੇ, ਉਹਨਾਂ ਕੋਲੋਂ ਵੀ ਜਾਣਕਾਰੀ ਲਵਾਂਗੇ, ਜਿਨ੍ਹਾਂ ਨੇ ਇਹ ਦਾਅਵਾ ਕੀਤਾ ਕਿ ਸਾਡੇ 'ਤੇ ਵੀ ਕਈ ਝੂਠੇ ਇਲਜ਼ਾਮ ਲਾ ਕੇ ਸਾਨੂੰ ਕੇਸਾਂ ਦੇ ਵਿੱਚ ਫਸਾਇਆ ਗਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੀ ਨਾਂ ਜੀ ਤੁਹਾਡਾ? ਜਸਵਿੰਦਰ ਕੌਰ। ਤੁਸੀਂ ਇੱਕ ਦਾਅਵਾ ਕੀਤਾ ਸੀਗਾ ਕਿ ਸਾਡੇ 'ਤੇ ਵੀ ਪਹਿਲਾਂ ਸੇਮ ਕੇਸ ਦੇ ਵਿੱਚ ਇਨਵੋਲਵਮੈਂਟ ਤੁਹਾਡੀ ਪਾਈ ਗਈ ਸੀਗੀ ਔਰ ਤੁਹਾਡੇ ਪਰਿਵਾਰਕ ਮੈਂਬਰਾਂ 'ਤੇ ਝੂਠੇ ਇਲਜ਼ਾਮ ਲਾਏ ਗਏ, ਕੀ? ਹਾਂਜੀ ਜੀ, ਮੇਰੇ ਘਰ ਵਾਲੇ ਤੇ ਲਾਇਆ ਝੂਠਾ ਇਲਜ਼ਾਮ ਇਹਨੇ। ਕਹਿੰਦੀ ਆ ਕਿ ਮੈਨੂੰ ਪੈਸੇ ਦਿੰਦਾ ਵੀ ਫਲਾਣੇ ਕਮਾਦ 'ਚ ਆ ਜੀ। ਅੱਛਾ ਜੀ। ਹਾਂਜੀ, ਫਿਰ ਪੰਚਾਇਤ 'ਚ ਫੈਸਲਾ ਹੋਇਆ ਜੀ। ਜੀ। ਹਾਂਜੀ, ਇਹਦਾ ਕੰਮ ਇਹੀ ਆ ਜੀ, ਹਰੇਕ ਵਾਰੀ ਇਹੀ ਕੰਮ ਕਰਦੀ ਆ, ਹਰੇਕ ਨਾਲ ਇਹਦਾ ਇਹੀ ਕੰਮ ਆ। ਲੜ ਪੈਂਦੀ ਆ, ਲੜ ਕੇ ਬਸ ਛੋਟੀ ਜੀ ਗੱਲ ਤੇ ਥਾਣੇ ਜਾ ਕੇ ਮੇਰਾ ਝੱਗਾ ਪਾੜਤਾ, ਮੇਰਾ ਆਹ ਕਰਤਾ, ਮੇਰਾ ਆਹ ਕਰਤਾ। ਹਾਂਜੀ ਜੀ। ਹਾਂਜੀ, ਤੁਸੀਂ ਕੀ ਕਹਿੰਦੇ ਸੀ? ਅਸੀਂ ਤਾਂ ਜੀ ਐਂ ਕਹਿੰਦੇ, ਮੇਰਾ ਮੁੰਡਾ ਵੀ 2 ਵਾਰੀ ਫਸਾਤਾ ਤੀ ਇਹਨੇ। ਅੱਛਾ ਜੀ। ਜਦੋਂ ਕਹਿੰਦੀ ਮੈਨੂੰ ਫੜ ਲਿਆ, ਮੇਰੀ ਕੁੜੀ ਨੂੰ ਫੜ ਲਿਆ। ਹਾਂਜੀ, ਫਿਰ ਥਾਣੇ ਜਾ ਕੇ ਪੈਸੇ ਲੈ ਲੈਂਦੀ ਹੈ, ਫੈਸਲਾ ਕਰ ਲੈਂਦੀ ਆ। ਵਿੱਚ ਜਿੱਥੇ ਕੁਲਵਿੰਦਰ ਕੌਰ ਦਾ ਜਿਹੜਾ ਮਾਮਲਾ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਦੇ ਵਿੱਚ ਬਣਿਆ ਹੋਇਆ, ਜਿਹੜਾ ਲੋਕ ਇਨਸਾਫ ਪਾਰਟੀ ਦੇ ਹਲਕਾ ਇੰਚਾਰਜ ਗੁਰਮੀਤ ਸਿੰਘ ਮੁੰਡੀਆਂ ਜੀ ਦੇ ਵੱਲੋਂ ਇਸ ਪੂਰੇ ਮੁੱਦੇ ਨੂੰ ਜਿਹੜਾ ਚੁੱਕਿਆ ਗਿਆ ਸੀਗਾ ਔਰ ਉਹਨਾਂ ਨੇ ਕਾਫੀ ਜਿਹੜੀ ਲੰਬੀ ਲੜਾਈ ਇਸ ਵਿਸ਼ੇ ਦੇ ਵਿੱਚ ਲੜ ਚੁੱਕੇ ਨੇ। ਕਈ ਰਾਜਨੀਤਿਕ ਪਾਰਟੀਆਂ ਦੇ ਆਗੂ ਨੇ ਜਿਹੜੇ ਉੱਥੇ ਪਹੁੰਚੇ, ਲੜਕੀ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ। ਬੀਤੇ ਦਿਨੀ ਅਸੀਂ ਦੇਖਿਆ ਕਿ ਅਨਮੋਲ ਗਗਨ ਮਾਨ ਜਿਹੜੇ ਹੁਣ ਤਾਜ਼ੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ, ਉਹਨਾਂ ਨੇ ਵੀ ਜਾ ਕੇ ਕੁੜੀ ਦਾ ਹਾਲ ਚਾਲ ਪੁੱਛਿਆ ਔਰ ਇਸ ਪੂਰੇ ਵਾਕਿਆ ਦੀ ਜਿਹੜੀ ਕੜੀ ਨਿੰਦਾ ਕੀਤੀ। ਔਰ ਅੱਜ ਇਹ ਲੜਕੀ ਦਾ ਪਰਿਵਾਰ ਔਰ ਗੁਰਮੀਤ ਮੁੰਡੀਆਂ ਜੀ ਜਿਹੜੇ ACP ਸਾਹਨੇਵਾਲ ਨੂੰ ਮਿਲਣ ਆਏ ਨੇ ਔਰ ਆਪਣੀ ਇੱਕ ਮੰਗ ਇਹਨਾਂ ਨੇ ਰੱਖੀ ਹੈ ਕਿ ਸਾਨੂੰ ਜਿਹੜਾ ਇਨਸਾਫ ਦਿਵਾਇਆ ਜਾਵੇ। ਅਗਲੀ ਗੱਲਬਾਤ ਤੁਹਾਡੀ ਪਿੰਡ ਵਾਸੀਆਂ ਦੇ ਨਾਲ ਵੀ ਕਰਵਾਵਾਂਗੇ ਕਿ ਪੂਰੇ ਪਿੰਡ ਵਾਸੀ ਨੇ ਜਿਹੜੇ ਉਹ ਕੀ ਇਸ ਪੂਰੇ ਮਾਮਲੇ ਦੇ ਵਿੱਚ ਆਪਣੀ ਰਾਏ ਰੱਖਦੇ ਨੇ ਔਰ ਗੁਰਮੀਤ ਮੁੰਡੀਆਂ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਜਾਣਾਂਗੇ ਕਿ ਅੱਗੇ ਉਹ ਜਿਹੜਾ ਇਸ ਲੜਾਈ ਨੂੰ ਕਿਸ ਤਰ੍ਹਾਂ ਲੈ ਕੇ ਚੱਲਣਗੇ। ਹਾਂਜੀ ਆਂਟੀ, ਕੀ ਪੂਰਾ ਮਾਮਲਾ ਹੈ ਜਿਹੜਾ ਕੁਲਵਿੰਦਰ ਕੌਰ ਤੁਹਾਡੀ ਬੇਟੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ, ਉਹ ਕਿਹਦੇ ਵੱਲੋਂ ਕੀਤੀ? ਸਰ ਜੀ ਗੋਗੀ ਕੰਨੀ, ਹਰਜਿੰਦਰ ਸਿੰਘ ਗੋਗੀ ਜੀ। ਸਰ ਜੀ, ਕੁੜੀਆਂ ਦਵਾਈ ਲੈਣ ਗਈਆਂ ਸੀਗੀਆਂ। ਇੱਕ ਮੇਰਾ ਬੇਟਾ ਦੀ 2 ਬੇਟੀਆਂ ਸੀਗੀਆਂ। ਮੋਟਰਸਾਈਕਲ ਤੇ ਜਾਂਦੇ ਸੀਗੇ, ਦਵਾਈ ਲੈ ਕੇ ਆਏ ਨੇ। ਕੌਮ ਤੋਂ ਕਿਸ ਤੋਂ ਪੈਸੇ ਫੜੇ, ਉਹਨਾਂ ਕੋਲ ਪੈਸਾ ਕੋਈ ਨਹੀਂ ਸੀਗਾ। ਪਤਾ ਨਹੀਂ 400 ਰੁਪਏ ਲਿਆਏ, ਪਤਾ ਨਹੀਂ 500 ਲਿਆਏ। ਜਦੋਂ ਘਰੇ ਵਾਪਸ ਆਈਆਂ, ਉਹਨਾਂ ਨੇ ਮੂਹਰੇ ਜਾਣੀ ਟਰੈਕਟਰ ਲਾ ਕੇ ਖੜਾ ਲਿਆ, ਲੰਘਣ ਨਹੀਂ ਦਿੱਤਾ। ਤੇ ਫਿਰ ਇਹਨਾਂ ਨੇ ਜਾਣੀ ਮੁੰਡੇ ਨੇ ਆਪਣੇ ਨੇ ਬ੍ਰੇਕ ਲਾ ਕੇ ਮੋਟਰਸਾਈਕਲ ਬਾਹਰ ਕੱਢ ਲਿਆ, ਲੰਘਿਆ ਉਹ। ਜਾਂ ਤੀਜੇ ਘਰ ਤੱਕ ਚਲੇ ਗਏ, ਚੌਥੇ ਤੀਜੇ ਘਰ ਗਿਆ। ਕਹਾਂ ਜਾ ਕੇ ਉਹਨਾਂ ਨੇ ਉਹਦੇ ਘਰ ਵਾਲੇ ਨੇ ਵਿੱਚੇ ਘਰ ਵਾਲੀ ਨੇ ਵਿੱਚੇ ਉਹਦੇ ਮੁੰਡੇ ਨੇ ਉਹਦੇ ਬਾਲਾਂ ਤੋਂ ਫੜ ਕੇ ਥੱਲੇ ਮੋਟਰਸਾਈਕਲ ਤੋਂ ਸਿੱਟ ਕੇ ਉਹਨਾਂ ਨੇ ਅੰਦਰ ਕੁੰਡਾ ਲਾਇਆ। ਅੰਦਰ ਚੰਗੀ ਕੁੱਟੀ ਜਿਹੜੀ, ਮੈਨੂੰ ਕੋਈ ਗੱਲ ਦਾ ਪਤਾ ਨਹੀਂ ਸੀਗਾ। ਮੇਰੀ ਛੋਟੀ ਕੁੜੀ ਨੇ ਮੈਨੂੰ ਫੋਨ ਕੀਤਾ, ਮੈਂ ਫੈਕਟਰੀ 'ਚ ਕੰਮ ਕਰਦੀ ਸੀਗੀ। ਕਹਿੰਦੀ ਮੰਮੀ ਵੀ ਆਪਣੀ ਅੰਦਰ ਬੜੀ ਸੁੱਖੀ, ਉਹਨਾਂ ਨੇ ਜਿੰਦਾ ਲਾ ਲਿਆ ਅੰਦਰ ਬਾੜ ਲਈ ਕੁੰਡਾ ਲਾ ਕੇ। ਤੇ ਮੈਂ ਇਸੇ ਕਰਕੇ ਮੈਂ 100 ਨੰਬਰ ਤੇ ਫੋਨ ਕੀਤਾ ਸਰ ਨੂੰ। ਤਾਂ ਮੈਡਮ ਬੋਲੀ 100 ਨੰਬਰ ਵਾਲੀ, ਉਹ ਕਹਿੰਦੀ ਵੀ ਤੂੰ ਇੱਕੜੇ ਹੁਣੇ ਇੰਨੀ ਛੇਤੀ ਤੂੰ ਥਾਣੇ ਜਾ, ਜਲਦੀ। ਉਹਨਾਂ ਨੇ ਫਿਰ ਆਪਣੀ ਪੁਲਿਸ ਭੇਜੀ। ਪੁਲਿਸ ਵਾਲਿਆਂ ਨੇ ਜਾਣੀ ਕੁਛ ਨਹੀਂ ਕੀਤਾ। ਗੇਟ ਮੂਹਰੇ ਜਾਣੀ ਜਿੰਦਾ ਲਾ ਕੇ ਉਹਨਾਂ ਨੇ ਪੁਲਿਸ ਦਰਾਂ ਮੂਹਰੇ ਖੜੀ ਸੀਗੀ, ਨਾ ਜਿੰਦਾ ਖੋਲ੍ਹਿਆ ਨਾ ਕੁੰਡਾ ਖੋਲ੍ਹਿਆ ਉਹਨਾਂ ਨੇ।
ਪੁਲਿਸ ਦਰਾਂ ਮੂਹਰੇ ਖੜੀ ਰਹੀ ਆ, ਕੁਛ ਨਹੀਂ ਕੀਤਾ, ਨਾ ਉਹ ਬੋਲੇ ਨੇ, ਪਤਾ ਨਹੀਂ ਜਿਵੇਂ ਡਰਾਏ ਹੁੰਦੇ ਨੇ। ਇਹਦੇ 'ਚ ਆਂਟੀ ਦੂਜੀ ਧਿਰ ਵੱਲੋਂ ਵੀ ਜਿਹੜੇ ਕਾਫੀ ਦਾਅਵੇ ਕੀਤੇ ਗਏ ਨੇ, ਦੂਜੀ ਧਿਰ ਵੱਲੋਂ ਇਹ ਕਿਹਾ ਗਿਆ ਕਿ ਜਿਹੜਾ ਮਾਮਲਾ ਸਾਰਾ ਬਣਾਵਟੀ ਹੈ ਔਰ ਜਦੋਂ ਜਿਸ ਮੌਕੇ ਦਾ ਇਹ ਵਾਕਿਆ ਹੋਇਆ ਉਸ ਵੇਲੇ ਉਹਨੇ ਗੁਲਾਬੀ ਸੂਟ ਪਾਇਆ ਹੋਇਆ ਸੀਗਾ ਔਰ ਬਾਅਦ 'ਚ ਜਦੋਂ ਉਹਨੇ ਬਿਆਨ ਦਿੱਤੇ ਉਹ ਹੋਰ ਕਿਸੇ ਸੂਟ ਦੇ ਵਿੱਚ ਦਿੱਤੇ ਔਰ ਸਰ ਜੀ ਬਕਾਇਦਾ ਪੁਲਿਸ ਵਾਲਿਆਂ ਕੋਲ ਉਸ ਮੌਕੇ ਦੀ ਵੀਡੀਓ ਜਦੋਂ ਪੁਲਿਸ ਉਹ ਕੁੜੀ ਨੂੰ ਘਰੋਂ ਲੈ ਕੇ ਗਈ। ਸਰ ਜੀ ਗੁਲਾਬੀ ਸੂਟ ਪਾਇਆ ਸੀਗਾ, ਜਦੋਂ ਘਰੋਂ ਲੈ ਕੇ ਗਏ ਨੇ ਉਕੜਿਆਂ ਪਾਟਿਆ ਹੋਇਆ ਸੀਗਾ, ਫਿਰ ਜਿਹੜਾ ਦੂਜਾ ਤੇ ਉਹ ਕੱਸ ਤੋਂ ਪਾੜਿਆ ਹੋਇਆ ਸੀ, ਫਿਰ ਉਹ ਤਾਂ ਮੈਂ ਲਿਜਾਣਾ ਹੀ ਸੀ ਉਹਨਾਂ ਨੇ ਪਾ ਕੇ। ਹੁਣ ਮੇਰੇ ਕੋਲ ਕੱਪੜੇ ਕਿਹੜੇ ਸੀਗੇ? ਪਹਿਲਾਂ ਵੀ ਕਵਰੇਜ ਕੀਤੀ ਹੈ, ਉਹ ਕੱਚ ਤੋਂ ਨਹੀਂ ਸੂਟ ਸਾਹਮਣੇ ਮਤਲਬ ਸਾਹਮਣੇ ਦਰਾਂ 'ਚ ਪਾੜਿਆ ਸੀ ਨੀਲਾ, ਪਹਿਲਾਂ ਨੀਲਾ ਸੂਟ ਪਾੜਿਆ ਸੀ, ਬਾਅਦ 'ਚ ਗੁਲਾਬੀ ਸੂਟ ਪਾੜਿਆ। ਮਤਲਬ ਦੋ ਸੂਟ ਅਲੱਗ-ਅਲੱਗ ਪਾੜੇ? ਦੋ ਅਲੱਗ-ਅਲੱਗ ਹੀ ਪਾੜੇ ਨੇ ਸਰ, ਦੋਨੇ ਅਲੱਗ ਨੇ, ਤੇ ਵੱਖ ਤੋਂ ਪਾੜੇ ਕਿਤੇ ਗੱਬੇ ਦੋ ਸੂਟ ਨਹੀਂ। 2 ਦਿਨ ਲੜਾਈ ਹੋਈ ਆ ਸਰ ਉਹਨਾਂ ਦੀ। ਹਾਂਜੀ, ਪਹਿਲਾਂ ਲੜਾਈ ਹੋਈ 1 ਦਿਨ। ਅੱਛਾ, ਇੱਕ ਤੁਹਾਡੀ ਰਿਕਾਰਡਿੰਗ ਸੁਣਨ 'ਚ ਆ ਰਹੀ ਹੈ ਜਿਸ 'ਚ ਤੁਸੀਂ ਆਪਣੀ ਭੈਣ ਨਾਲ ਗੱਲ ਕਰ ਰਹੇ ਹੋ ਕਿ 2 ਦਿਨ ਪਹਿਲਾਂ ਜਿਹੜਾ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਕੁੱਟ ਕੇ ਕੱਢਿਆ ਗਿਆ, ਉਹ ਰਿਕਾਰਡਿੰਗ ਤੁਹਾਡੀ ਮੈਂ ਪੂਰੀ ਸੁਣੀ ਆ, ਉਸ ਬਾਰੇ ਤੁਸੀਂ ਕੀ ਕਹੋਗੇ? ਸਰ ਜੀ ਉਹ ਨਾ ਸਹੁਰਿਆਂ ਦੇ ਲੜਾਈ ਪੜਾਈ ਹੁੰਦੀ ਹੋਈ ਹੈ ਸਭ ਦੇ ਘਰ ਦੇ ਵਿੱਚ। ਨਹੀਂ, ਇਸ ਮਾਮਲੇ ਤੋਂ 2 ਦਿਨ ਪਹਿਲਾਂ ਸਹੁਰੇ ਪਰਿਵਾਰ ਸਰ ਉਹ 2 ਦਿਨ ਪਹਿਲਾਂ ਨਹੀਂ, ਸਰ ਨੇ ਕੁੱਟੀ ਨਹੀਂ ਹੈਗੀ ਸਰ, ਉਹ ਤਾਂ ਲੜਾਈ ਤਾਂ ਜਾਣੀ ਪਹਿਲਾਂ ਦੀ 6-7 ਮਹੀਨੇ ਦੀ ਪਹਿਲਾਂ ਦੀ ਲੜਾਈ ਸੀਗੀ ਉਹਨਾਂ ਦੀ। ਇਹ ਕੁੜੀ ਮੇਰੀ ਦਾ ਫੈਸਲਾ ਹੋਇਆ ਆ ਪੰਚਾਇਤ ਰਾਹੀਂ, ਆਪਣੇ ਇੱਥੇ ਰਹਿ ਪਈ, ਇੱਥੋਂ ਫੈਸਲਾ ਵੀ ਹੋ ਗਿਆ ਤੇ ਫੈਸਲੇ ਹੋਏ ਤੇ ਵੀ ਆਪਣੇ ਘਰੇ ਚਲੇ ਗਈ ਸੀ, ਆਪਣਾ ਘਰ ਸਮਝ ਕੇ। ਉਦੋਂ ਬਾਅਦ ਫੇਰ ਫੈਸਲਾ ਹੋ ਗਿਆ ਤੇ 6-7 ਮਹੀਨੇ ਦੀ ਉਹ ਤਾਂ ਕੁੜੀ ਉੱਥੋਂ ਆਈ ਹੋਈ ਆ। ਹੁਣ ਜਿਹੜੀ ਇਹ ਗੱਲਾਂ ਸੀਗੀਆਂ, ਮੈਂ ਆਪਣੀ ਭੈਣ ਨੂੰ ਕਹਿਣਾ ਸੀ, ਮੇਰੀ ਭੈਣ ਵਿਚੋਲਣ ਦੀ ਦੋਨਾਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰਤੀ ਉਹਨਾਂ ਨੇ, ਫਿਰ ਵੀ ਕੋਈ ਮਾੜਾ ਮੋਟਾ। ਇੱਕ ਚੀਜ਼ ਤੁਸੀਂ ਹੋਰ ਕਹੀ ਕਿ ਜਿਹੜੀ ਲੜਾਈ ਆ ਉਹ 2 ਦਿਨ ਲਗਾਤਾਰ ਹੋਈ ਹੈ, ਮਤਲਬ ਪਹਿਲੇ ਦਿਨ ਜਿਹੜਾ ਗੁਲਾਬੀ ਸੂਟ ਪਾ ਕੇ ਲੜਾਈ ਹੋਈ ਔਰ ਦੂਸਰੇ ਦਿਨ ਨੀਲੇ ਸੂਟ ਤੇ ਦੋਨੋਂ ਨਹੀਂ ਸਰ, ਜਿਹੜਾ ਪਹਿਲੇ ਸੂਟ ਪਾਇਆ ਸੀ ਉਹਨਾਂ ਦੇ ਨੀਲਾ ਸੂਟ ਪਾਇਆ ਸੀਗਾ। ਜਦੋਂ ਪਹਿਲਾਂ ਤੁਸੀਂ ਕਿਹਾ ਕਿ ਉਹਨਾਂ ਨੇ ਪਹਿਲੇ ਦਿਨ ਗੁਲਾਬੀ ਸੂਟ ਪਾਇਆ? ਨਹੀਂ, ਦੂਜੇ ਦਿਨ ਗੁਲਾਬੀ ਸੂਟ ਪਾਇਆ ਸੀ ਸਰ। ਦੂਜੇ ਦਿਨ ਪੁਲਿਸ ਕੱਢ ਕੇ ਲੈ ਗਈ ਅੰਦਰ, ਉਹਦੇ ਗੁਲਾਬੀ ਸੂਟ ਤੇ ਆਹ ਤੋਂ ਪਾੜਿਆ ਤੇ ਬੱਕੀ ਤੋਂ ਪਾੜਿਆ, ਬਾਹਾਂ ਤੋਂ ਪਾੜੇ, ਉਕੜੀ ਉਹਨਾਂ ਨੇ ਕੱਢ ਪਿੰਡ ਦਿਖਾਇਆ। ਵਾਸੀਆਂ ਨਾਲ ਆਪਾਂ ਜਾ ਕੇ ਗੱਲਬਾਤ ਕਰਕੇ ਆਏ ਆ, ਕਈ ਪਿੰਡ ਵਾਸੀਆਂ ਨੇ ਜਿਹੜੇ ਤੁਹਾਡੇ ਖਿਲਾਫ ਗੱਲ ਕੀਤੀ ਹੈ ਕਿ ਤੁਸੀਂ ਇਸ ਜਿਹੜਾ ਤਰੀਕੇ ਨਾਲ ਤਕਰੀਬਨ ਧੰਦਾ ਬਣਾਇਆ ਹੋਇਆ ਔਰ ਅਕਸਰ ਜਿਹੜਾ ਤੁਸੀਂ ਲੋਕਾਂ ਤੇ ਇਲਜ਼ਾਮ ਲਗਾ ਕੇ ਔਰ ਲੋਕਾਂ ਨੂੰ ਝੂਠੇ ਕੇਸਾਂ ਦੇ ਵਿੱਚ ਫਸਾਉਂਦੇ ਹੋ ਜੀ। ਇਹ ਤੁਹਾਡੇ ਪਿੰਡ ਵਾਸੀਆਂ ਨੇ ਗੱਲ ਕਹੀ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਰ ਜੀ ਅਸੀਂ ਕੋਈ ਝੂਠ ਨਹੀਂ ਬੋਲਦੇ, ਸੱਚ ਬੋਲ। ਆਪਣੇ ਸ਼ਰੀਕੇ ਜਿਹੜੇ ਲੜਕੀ ਦੇ ਦੋਨੋਂ ਤਾਇਆ ਜੀ ਆ, ਉਹਨਾਂ ਨੇ ਵੀ ਤੁਹਾਡੇ ਖਿਲਾਫ ਬੋਲਿਆ ਕਿ ਜਿਹੜੇ ਤੁਹਾਡੇ ਪਰਿਵਾਰ ਦਾ ਜਿਹੜਾ ਤੁਹਾਡੇ ਆਪਣੇ ਸ਼ਰੀਕੇ ਵੱਲੋਂ ਬਾਈਕਾਟ ਕੀਤਾ ਗਿਆ ਔਰ ਕੋਈ ਵੀ ਤੁਹਾਡੇ ਨਾਲ ਜਦੋਂ ਸਰ ਜੀ ਉਹਨਾਂ ਨੇ ਕੁੱਟੀ ਆ, ਮੇਰੇ ਸਾਰਾ ਰੌਲਾ ਪਾ ਕੇ ਨੇ ਲੋਕ ਇਕੱਠੇ ਕੀਤੇ ਨੇ। ਨਹੀਂ, ਆਪਾਂ ਗੋਗੀ ਜੀ ਦੀ ਨਹੀਂ ਗੱਲ ਕਰ ਰਹੇ, ਮੈਂ ਤੁਹਾਡੇ ਆਪਣੇ ਜੇਠਾਂ ਦੀ ਗੱਲ ਕਰ ਰਿਹਾ। ਜੇਠਾ ਨਹੀਂ ਸਰ, ਜੇਠਾ ਨੇ ਪਾਟਬਾਜੀ ਤਾਂ ਉਹਨਾਂ ਦੀ ਹੋਈ ਆ ਸਰ, ਕਾਂਗਰਸ ਦੀ, ਉਧਰ ਲਈ ਨਹੀਂ ਉਹ ਸਾਰੇ। ਹੁਣ ਸਾਡਾ ਤਾਂ ਕੋਈ ਵੀ ਨਹੀਂ ਹੈਗਾ ਸਰ, ਸਾਡੇ ਕਹਿੰਦੇ ਸਾਡੇ ਆਦੇ ਪਿੰਡ ਸਾਰੀ ਲੇਬਰ ਖੜੀ ਆ, ਜਿਹੜੇ ਉਹਨਾਂ ਦੇ ਉਧਰ ਸੀ ਉਹਨਾਂ ਦੀ ਮਦਦ ਕਰਨੀ ਤੀ। ਮੇਰੀ ਸਕੀ ਜਠਾਣੀ ਦਾ ਭਾਈ ਆ। ਅੱਜ ਤੁਸੀਂ ਏਸੀਪੀ ਸਾਹਿਬ ਕੋਲ ਆਏ ਹੋ ਸਾਨੇਵਾਲ, ਇੱਥੇ ਤੁਹਾਡੀ ਕੀ ਗੱਲਬਾਤ? ਇਹਨਾਂ ਨੇ ਗੱਲਬਾਤ ਸਰ ਜੀ ਕੋਈ ਨਹੀਂ ਕੀਤੀ, ਉਹ ਕਹਿੰਦੇ ਵੀ ਸਵੇਰੇ ਆਵਾਂਗੇ ਜਮਾਲਪੁਰ ਬੁਲਾਵਾਂਗੇ, ਉਹਨਾਂ ਨੂੰ ਵੀ ਬੁਲਾਵਾਂਗੇ, ਤੁਹਾਨੂੰ ਵੀ ਬੁਲਾਵਾਂਗੇ, ਤੁਹਾਡਾ ਹਿਸਾਬ ਬਰਾਬਰ ਜਿਵੇਂ ਜਿਵੇਂ ਗੱਲ ਹੋਊਗੀ ਤਾਂ ਗੱਲ ਮੂੰਹ ਤੋਂ ਹੀ ਹੋ ਜੂਗੀ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਸਰ ਸਾਡਾ ਨਿਸ਼ਾਬ ਮਿਲਣਾ ਚਾਹੀਦਾ, ਅਸੀਂ ਫੈਸਲੇ ਬਾਰੇ ਕੋਈ ਗੱਲ ਨਹੀਂ ਕਰਨੀ, ਸਾਡਾ ਨਿਸ਼ਾਬ ਮਿਲ ਜਾਵੇ। ਜਿਵੇਂ ਸਾਡੇ ਕੁੜੀ ਨੇ ਕੁੱਟਮਾਰ ਕੀਤੀ ਆ, ਜਿਹਨੇ ਕੁੜੀ ਦੇ ਝੱਗਾ ਹੀ ਪਾੜ ਤੇ ਇੱਜ਼ਤ ਕੀ ਰਹੇਗੀ ਸਰ ਸਾਡੀ? ਫਿਰ ਵੀ ਪਿੰਡ ਦੀ ਇੱਜ਼ਤ ਆ ਸਾਡੀ ਸਰ, ਇਹ ਅਕਸਰ ਸਭ ਦੀ ਧੀ ਸਾਂਝੀ ਆ। ਇਹ ਚੂੜੇ ਚ ਮਾਰ ਸਾਨੂੰ ਦੱਸਦਾ ਸਰ। 2000 ਰੁਪਏ ਦਾ ਮਾਮਲਾ ਵੀ ਸੁਣਨ ਚ ਆਇਆ ਸੀਗਾ ਕਿ ਜਿਹੜਾ ਐਸਐਚਓ ਸਾਹਿਬ ਨੇ ਤੁਹਾਨੂੰ 2000 ਰੁਪਏ ਦਿੱਤੇ ਸੀਗੇ ਕਿ 2000 ਰੁਪਏ ਲੈ ਸਰ ਜੀ ਉਹ ਨਾ ਜਦੋਂ ਕੁੜੀ ਨੂੰ ਅੰਦਰੋਂ ਕੱਢ ਕੇ ਲੈ ਗਈ ਆ, ਵੱਡੇ ਅਫਸਰ ਨਾਲ ਗੱਲ ਕੀਤੀ ਮੈਂ ਕੰਮ ਤੇ ਸੀਗੀ, ਮੈਨੂੰ ਘਰੋਂ ਕੁੜੀ ਨੇ ਫੋਨ ਕੀਤਾ ਵੀ ਅੰਦਰ ਜਿੰਦਾ ਲਾ ਕੇ ਕੁੜੀ ਬਾੜਤੀ। ਉਹਦੇ ਬਾਅਦ ਮੈਨੂੰ ਪਤਾ ਲੱਗਿਆ, ਕੁੜੀ ਨੇ ਮੈਨੂੰ ਫੋਨ ਕੀਤਾ, ਮੈਂ ਆਪਣੇ ਕੰਮ ਤੇ ਸੀਗੀ ਡਿਊਟੀ ਤੇ ਰੋੜਾ ਫੈਕਟਰੀ ਦੇ ਵਿੱਚ। ਉਹਨਾਂ ਨੇ ਜਦ ਮੈਨੂੰ ਫੋਨ ਕੀਤਾ, ਮੈਂ ਜਦੇ 100 ਨੰਬਰ ਤੇ ਫੋਨ ਕੀਤਾ, ਮੈਡਮ ਨਾਲ ਗੱਲ ਕੀਤੀ, ਉਹਨਾਂ ਨੇ ਉਧਰੋਂ ਪੁਲਿਸ ਭੇਜੀ, ਪੁਲਿਸ ਨੇ ਕੁਝ ਨਹੀਂ ਕੀਤਾ, ਬਾਹਰ ਖੜੀ ਰਹੀ, ਅੰਦਰ ਜਿੰਦਾ ਲਾ ਕੇ ਕੁੜੀ ਨੂੰ ਕੁੱਟ ਦੇਤੀ। ਤੇ ਮੈਂ ਜਾ ਕੇ ਮੈਨੂੰ ਮੈਡਮ ਕਹਿੰਦੀ ਤੂੰ ਥਾਣੇ ਜਾ, ਮੈਂ ਥਾਣੇ ਗਈ, ਅੰਦਰ ਵੱਡੇ ਅਫਸਰ ਨਾਲ, ਮੈਂ ਛੋਟੇ ਮੋਟੇ ਨਾਲ ਗੱਲ ਨਹੀਂ ਕਰੀ, ਮੈਂ ਅੰਦਰ ਅਫਸਰ ਨਾਲ ਗੱਲ ਕੀਤੀ, ਮੈਨੂੰ ਅਫਸਰ ਝੂਠ ਬੋਲਿਆ, ਕਹਿੰਦਾ ਤੂੰ ਝੂਠ ਬੋਲਦੀ ਆ, ਕੁੜੀ ਅੰਦਰ ਨਹੀਂ ਹੈਗੀ। ਮੈਂ ਸਾਰਾ ਇਸ ਟਾਈਮ ਜਾ ਕੇ ਦੇਖੋ ਕੁੜੀ ਅੰਦਰ ਨਹੀਂ, ਮੈਂ ਵਰਦੀਆਂ ਲਾ ਦੂੰ ਤੁਹਾਡੀਆਂ। ਫਿਰ ਉਹਨਾਂ ਨੇ ਜਦੇ ਉਸੇ ਟਾਈਮ ਗਏ ਘਰੇ ਜਾ ਕੇ ਉਹਨਾਂ ਨੂੰ ਅੰਦਰੋਂ ਲੈ ਕੇ ਆਏ ਕੱਢ ਕੇ, ਫਿਰ ਕੱਢ ਕੇ ਲਿਆਂਦੀ। ਉਹਨਾਂ ਨੇ 2000 ਰੁਪਈਆ ਕੁੜੀ ਨੂੰ ਦਿੰਦੇ ਸੀਗੇ, ਹੱਥ ਵਿੱਚ ਰੱਖਿਆ, ਮੇਰੀ ਧੀਆਂ ਵਰਗੀਆਂ ਮੇਰੇ ਕੁੜੀਆਂ ਵਰਗੀਆਂ, ਤੂੰ 2000 ਰੁਪਇਆ ਲੈ ਲਾ, ਆਪਣਾ ਇਲਾਜ ਕਰਾ ਲਾ। ਮੈਂ ਸਾਰਾ ਅਸੀਂ ਕੋਈ ਨਹੀਂ ਇਲਾਜ ਕਰਾ ਲਾਂਗੇ, ਵੀ ਅਸੀਂ ਜਾਣਾ, ਸਾਨੂੰ ਇੱਕ ਮੌਕਾ ਦੇ ਦਿਓ। ਉਹਨਾਂ ਨੇ ਕੋਰਾ ਕਾਗਜ਼ ਲਿਆਂਦਾ, ਅੰਦਰੋਂ ਕੱਢ ਕੇ ਨਾਲੇ ਪੈਨ ਤੇ ਸਾਤੋਂ ਫੈਸਲਾ ਕਹਿੰਦੇ ਸੀ ਕਿ ਇੱਕ ਵਾਰ ਫੈਸਲਾ ਕਰ ਲਓ, ਤੁਹਾਨੂੰ ਗਾਹਾਂ ਬਾਰੇ ਜੇ ਕੋਈ ਗੱਲਬਾਤ ਹੋਊਗੀ ਅਸੀਂ ਜ਼ਿੰਮੇਵਾਰ ਅਸੀਂ ਆਪ ਅੰਦਰੋਂ ਚੱਕ ਕੇ ਲੈ ਕੇ ਜਾਵਾਂਗੇ। ਤੇ ਬਾਕੀ ਇਹ ਗੱਲ ਹੈ, ਜਦੋਂ ਗੋਗੀ ਨੂੰ ਅੰਦਰੋਂ ਬਿਠਾ ਕੇ ਲਿਆਂਦਾ ਕੁੜੀ ਦੇ ਨਾਲ, ਉਹ ਕਹਿੰਦੀ ਸਾਡੀ ਬੇਇੱਜ਼ਤੀ, ਸਰਪੰਚ ਦੀ ਕਿੱਡੀ ਵੱਡੀ ਬੇਇੱਜ਼ਤੀ ਆ। ਮੈਂ ਕਿਹਾ ਨਾ ਸਰਪੰਚ ਆ ਨਾ ਪੰਚ ਵਾਹੇ ਕੋਈ ਨਹੀਂ ਹੈਗਾ, ਮੈਂ ਕਿਹਾ 5-6 ਪਿੰਡਾਂ ਦਾ ਚੇਅਰਮੈਨ ਬਣਿਆ ਹੋਇਆ ਵਾ, ਸਾਨੂੰ ਕੁੱਟਮਾਰ ਕਰਦਾ। ਰੇਖ ਕੋਈ ਗੱਲ ਦੇ ਵਿੱਚ ਗਲਤੀ, ਕੋਈ ਲੜਾਈ ਬੜਾਈ ਹੁੰਦੀ ਆ, ਪਿੰਡ ਵਿੱਚ ਬੁੜੀਆਂ ਲੜਦੀਆਂ ਰਹਿੰਦੀਆਂ ਨੇ, ਇਹ ਵਿੱਚ ਜਾ ਕੇ ਸਾਨੂੰ ਦਬ ਕੇ ਦਿੰਦਾ ਸਰ। ਠੀਕ ਹੈ ਜੀ। ਅੱਛਾ ਜੀ, ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ।
ਇਹ ਕੀ ਪੂਰਾ ਮਾਮਲਾ ਜੀ ਜਿਹੜਾ ਤੁਹਾਡੇ ਪਿੰਡ ਦੀ ਇੱਕ ਲੜਕੀ ਵੱਲੋਂ ਬਲਾਕ ਸਮਿਤੀ ਮੈਂਬਰ ਗੁਰਜਿੰਦਰ ਸਿੰਘ ਗੋਗੀ ਤੇ ਕਾਫੀ ਜਿਹੜੇ ਗੰਭੀਰ ਆਰੋਪ ਲਗਾਏ ਗਏ ਨੇ ਕੁੱਟਮਾਰ ਦੇ ਔਰ ਅਸ਼ਲੀਲ ਹਰਕਤਾਂ ਕਰਨ ਦੇ, ਪੂਰੇ ਮਾਮਲੇ ਬਾਰੇ ਥੋੜ੍ਹਾ ਜਿਹਾ ਚਾਹੁੰਦਾ। ਮੈਂ ਤਾਂ ਇਸ ਚੀਜ਼ ਨੂੰ ਬਹੁਤ ਜ਼ਿਆਦਾ ਘੋਰ ਨਿੰਦਿਆ ਕਰਦਾ ਇਸ ਚੀਜ਼ ਦੀ, ਕਿਉਂਕਿ ਦੇਖੋ ਧੀ ਭੈਣ ਸਭ ਦੀ ਸਾਂਝੀ ਹੁੰਦੀ ਹੈ। ਪਿੰਡ ਦੀ ਧੀ ਹੋਈ, ਇਲਾਕੇ ਦੀ ਧੀ ਹੋਈ, ਉਹ ਧੀ ਭੈਣ ਹੁੰਦੀ ਹੈ। ਮੈਂ ਤਾਂ ਇਸ ਚੀਜ਼ ਦੀ ਬਹੁਤ ਜ਼ਿਆਦਾ ਦਿਲੋਂ ਕੀ ਉਹਦੇ ਮੈਂ ਨਿੰਦਿਆ ਕਰਦਾ ਜੀ। ਮੈਂ ਇਹਦੀ ਵੀ ਜੋ ਕੁਛ ਹੋਇਆ ਬਹੁਤ ਮਾੜਾ ਕੰਮ ਕੀਤਾ, ਕਿਸੇ ਨੇ ਵੀ ਕੀਤਾ। ਮੈਂ ਨਹੀਂ ਕਿਸੇ ਦਾ ਨਾਂ ਲੈਣਾ, ਪਰ ਇੱਕ ਹੋਇਆ ਮਾੜਾ ਹੋਇਆ, ਪਰ ਪੁਲਿਸ ਨੂੰ ਇਸ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਇਹਨਾਂ ਖਿਲਾਫ ਕਰਨੀ ਚਾਹੀਦੀ ਆ। ਜਿਹਨੇ ਵੀ ਕੀਤਾ, ਜੋ ਜਦ ਕਿ ਪੁਲਿਸ ਨੇ ਇਹਦੇ ਘਰੋਂ ਬਰਾਮਦ ਕੀਤੀ ਆ ਕੁੜੀ ਇਹਦੇ ਘਰੋਂ ਪੁਲਿਸ ਆ ਕੇ ਬਰਾਮਦ ਕਰਕੇ ਗਈ ਆ, ਔਰ ਹਜੇ ਤੱਕ ਪੁਲਿਸ ਨੇ ਇਹਨਾਂ ਦੇ ਕਿਸੇ ਦੇ ਕੋਈ ਕਾਰਵਾਈ ਨਹੀਂ ਕੀਤੀ। ਬੜੀ ਘਿਨਾਉਣੀ ਹਰਕਤ ਕੀਤੀ ਇਹਨਾਂ ਨੇ। ਗਿੱਲ ਸਾਹਿਬ, ਤੁਹਾਡੇ ਤੇ ਇੱਕ ਇਲਜ਼ਾਮ ਲੱਗ ਰਿਹਾ ਕਿ ਤੁਸੀਂ ਜਿਹੜਾ ਸਿਆਸੀ ਰੰਜਿਸ਼ ਉਹਨਾਂ ਦੇ ਨਾਲ ਕੱਢ ਰਹੇ ਹੋ ਗੁਰਜਿੰਦਰ ਸਿੰਘ ਗੋਗੀ ਨਾਲ, ਕਿਉਂਕਿ 2008 ਦੇ ਵਿੱਚ ਉਹਨਾਂ ਦਾ ਇਹ ਦਾਅਵਾ ਹੈ ਕਿ ਤੁਸੀਂ ਉਹਨਾਂ ਦੇ ਖਿਲਾਫ ਇੱਕ ਸਰਪੰਚੀ ਦਾ ਇਲੈਕਸ਼ਨ ਲੜਿਆ ਸੀ ਜਿਹਦੇ 'ਚ ਤੁਸੀਂ ਹਾਰ ਗਏ ਸੀਗੇ, ਪਰ ਉਸੇ ਚੀਜ਼ ਦੀ ਰੰਜਿਸ਼ ਨੂੰ ਜਿਹੜਾ ਤੁਸੀਂ ਅੱਜ ਤੱਕ ਲੈ ਕੇ ਚੱਲ ਰਹੇ ਹੋ। ਪਹਿਲਾਂ ਤਾਂ ਮੈਂ ਉਸ ਬੰਦੇ ਦਾ ਧੰਨਵਾਦ ਕਰਦਾ ਵੀ ਜਿਹੜਾ ਬੰਦੇ ਨੇ ਇਹ ਕਿਹਾ ਵੀ ਇਹਨਾਂ ਦੇ ਘਰ 'ਚੋਂ ਮੈਂ ਸਰਪੰਚੀ ਕੱਢੀ ਆ 50 ਸਾਲਾਂ ਬਾਅਦ। ਠੀਕ ਆ, ਉਹਨੇ ਸਾਡੇ ਇਹਨਾਂ ਦੇ ਘਰ 'ਚ 50 ਸਾਲ ਦੀ ਪਹਿਲਾਂ ਸਰਪੰਚੀ ਸੀਗੀ। ਹਾਂ, ਉਹਦੇ 50 ਸਾਲ ਦੀ ਸਰਪੰਚੀ ਸੀ। ਚਲੋ ਠੀਕ ਆ, ਸਾਡੇ ਬਜ਼ੁਰਗਾਂ ਨੇ 10-11 ਪਿੰਡਾਂ ਦੀ ਸਰਪੰਚੀ ਕੀਤੀ ਆ, ਮੇਰੇ ਫਾਦਰ ਸਾਹਿਬ ਨੇ ਵੀ ਕੀਤੀ ਆ, ਫਿਰ ਬਾਅਦ 'ਚ ਮੈਂ ਵੀ ਕੀਤੀ ਆ। ਪਰ ਮੇਰੇ ਟਾਈਮ ਤੇ ਵੇਲੇ ਅੱਜ ਤੱਕ ਮੇਰੇ ਪਿੰਡ ਦੇ ਵਿੱਚ, ਮੇਰੇ ਇਲਾਕੇ ਦੇ ਵਿੱਚ ਕੋਈ ਬੰਦਾ ਮੈਨੂੰ ਇਹ ਸਾਬਤ ਕਰ ਦੇ ਵੀ ਇਹਨਾਂ ਦੇ ਬਜ਼ੁਰਗਾਂ ਤੋਂ ਲੈ ਕੇ ਕਦੇ ਵੀ ਕੋਈ ਪਰਚਾ ਦਰਜ ਹੋਇਆ ਹੋਵੇ, ਜਾਂ ਕੋਈ ਇਹਨਾਂ ਨੇ ਕਿਸੇ ਨਾਲ ਧੱਕਾ ਕੀਤਾ ਹੋਵੇ, ਜਾਂ ਕਦੇ ਕਿਸੇ ਨੂੰ ਗਾਲ ਤਾਂ ਕੱਢੀ ਹੋਵੇ, ਜਾਂ ਕਿਸੇ ਥੱਪੜ ਮਾਰਿਆ ਹੋਵੇ। ਮੈਨੂੰ ਕੋਈ ਇੱਕ ਬੰਦਾ ਮੇਰੇ ਬਾਰੇ, ਜਾਂ ਮੇਰੇ ਪਿਓ ਬਾਰੇ, ਜਾਂ ਮੇਰੇ ਦਾਦੇ ਬਾਰੇ, ਜਾਂ ਮੇਰੇ ਪਰਿਵਾਰ ਬਾਰੇ, ਸਾਡੇ ਸਾਰੇ ਸਮੂਹ ਗਿੱਲ ਪਰਿਵਾਰ ਬਾਰੇ ਸਾਬਤ ਕਰ ਦੇਣ ਇਹ ਵੀ ਫਲਾਣੇ ਬੰਦੇ ਨੇ ਧੱਕਾ ਕੀਤਾ। ਤੁਹਾਡੇ ਪਿੰਡ ਦੇ ਕੁਝ ਮੁਸਲਿਮ ਪਰਿਵਾਰਾਂ ਨੇ ਤੁਹਾਡੇ ਤੇ ਦੋਸ਼ ਲਗਾਏ ਕਿ ਤੁਹਾਡੇ ਵੱਲੋਂ ਵੀ ਜਿਹੜਾ ਪਿੰਡ ਦੇ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ, ਔਰ ਕੁਝ ਜ਼ਮੀਨੀ ਵਿਵਾਦ ਨੇ ਜਿਹੜਾ 'ਚ ਤੁਸੀਂ ਰਜਿਸਟਰੀ ਨਹੀਂ ਕਰਵਾ ਰਹੇ। ਮੈਂ ਇਹ ਗੱਲ ਕਹਿ ਰਿਹਾ ਵੀ ਚਲੋ ਮੈਂ ਤਾਂ ਜੋ ਰਜਿਸਟਰੀ ਕਰਾਏ ਨੇ, ਮੈਂ ਜਿੰਨਾ ਅੱਧਾ ਕਿੱਲਾ ਮੈਂ ਇਹਨਾਂ ਦਿੰਦਾ, ਅੱਧਾ ਕਿੱਲਾ ਮੈਂ ਇਹਨਾਂ ਹੋਰ ਦੇ ਦੇਣਾ ਮੁਸਲਮਾਨ, ਇਹ ਦਵੇ ਉਹਨਾਂ ਨੇ, ਗਰੀਬਾਂ ਨੇ ਬਿਠਾਵੇ। ਇਸ ਬੰਦੇ ਨੇ, ਇਹਦੇ ਪਿਓ ਮੈਂਬਰ ਸੀ ਉਸ ਟਾਈਮ, ਇਸ ਬੰਦੇ ਨੇ ਉਹਨਾਂ ਦੀਆਂ ਪੰਚਾਇਤ ਜਗ੍ਹਾ ਕੁੱਲੀਆਂ ਪਾਈਆਂ ਹੋਈਆਂ ਸੀ। ਇਹਨਾਂ ਨੂੰ ਉੱਥੋਂ ਇਹਨਾਂ ਨੇ ਟਰੈਕਟਰ ਪਾ ਕੇ ਉਹਨੇ ਕੁੱਲੀਆਂ ਖਾਈਆਂ। ਰਜਾਮ ਦੇ ਦਿਨ ਸੀ, ਔਰ ਜੇ ਸ਼ਖਸ ਨੇ ਇਹਨਾਂ ਦੇ ਮਗਰ ਲਾ ਕੇ ਗੁੱਠਾ ਲਾ ਕੇ ਮੇਰੇ ਬਰਖਲਾਫ ਲਾਇਆ ਸੀ, ਮੇਰੇ ਤੇ ਬਰੇਮ ਲਾਏ ਸੀ ਵੀ ਤੇ ਕਲੋਨੀਆਂ ਪੈਸੇ ਲੈਂਦਾ ਵਾ। ਉਹ ਅੱਜ ਬੰਦੇ ਉਸ ਦਾ ਵੀ ਜੋ ਵੀ ਨੁਕਸਾਨ ਹੋਇਆ, ਚਲੋ ਮੈਂ ਨਹੀਂ ਕਹਿਣਾ ਚਾਹੁੰਦਾ। ਇਹ ਬੰਦੇ ਨਜਾਇਜ਼ ਮੇਰੇ ਨਾਲ ਕਰ ਰਹੇ ਨੇ। ਚਲੋ ਕੋਈ ਗੱਲ ਨਹੀਂ, ਆਪਾਂ ਮੈਂ ਅੱਜ ਵੀ ਕਹਿਣਾ ਵਾ, ਮੈਂ ਅੱਧਾ ਕਿੱਲਾ ਉਹਨਾਂ ਹੋਰ ਵੀ ਦੇ ਦੂੰ ਬਈਆਂ ਨੂੰ। ਜਿਹੜੇ ਕਹਿੰਦੇ ਨਾ ਮੈਂ ਅੱਧਾ ਕਿੱਲਾ ਹੋਵੇ, ਇਹ ਦਵੇ ਅੱਧਾ ਕਿੱਲਾ। ਮੈਂ ਉਹਦੇ ਜਿੱਦਾਂ ਅੱਧਾ ਕਿੱਲਾ ਕਹੂੰ ਮੈਂ ਦਿੰਦਾ ਵਾ, ਮੈਂ ਇਹਨੂੰ ਅੱਧਾ ਕਿੱਲਾ ਉਸੇ ਟਾਈਮ ਦਊਂਗਾ। ਜੇ ਨਾਲ ਮੈਂ ਮੀਡੀਆ 'ਚ ਕਹਿ ਰਿਹਾ ਪੰਚਾਇਤ ਦੇ ਵਿੱਚ ਸਾਡੇ ਦੇ, ਮੈਂ ਉਸੇ ਟਾਈਮ ਇਹਨੂੰ ਫ੍ਰੀ ਦਊਂਗਾ। ਦਵੇ ਇਹ ਅੱਧਾ ਕਿੱਲਾ, ਇੱਕ ਮਰਲਾ ਕਿਸੇ ਨੂੰ ਦਿੰਦਾ ਨਹੀਂ। ਇਹ ਹੈ ਲੋਕਾਂ ਦੇ ਕਿ ਜੇ ਅੱਜ ਤੁਸੀਂ ਏਸੀਪੀ ਸਾਹਿਬ ਦੇ ਦਫ਼ਤਰ ਆਏ ਹੋ, ਇੱਥੇ ਕੀ ਤੁਸੀਂ ਜਿਹੜੀ ਏਸੀਪੀ ਸਾਹਿਬ ਦੇ ਅੱਗੇ ਮੰਗ ਰੱਖੀ, ਔਰ ਉਹਨਾਂ ਵੱਲੋਂ ਕੀ ਆਸ਼ਵਾਸਨ ਦਿੱਤਾ ਗਿਆ ਤੁਹਾਨੂੰ? ਉਹਨਾਂ ਨੇ ਵਿਸ਼ਵਾਸ ਇਹ ਦਿੱਤਾ ਵੀ ਕਾਸੀ ਨੇ ਕੋਈ ਨਹੀਂ ਕਾਰਵਾਈ ਕਰਾਂਗੇ। ਕੱਲ੍ਹ ਨੂੰ ਐਸਪੀ ਸਾਹਿਬ ਦੇ ਸਾਨੂੰ ਸੱਦਿਆ ਉਹਨਾਂ ਨੇ, ਅਸੀਂ ਐਸਪੀ ਸਾਹਿਬ ਦੇ ਜਾਵਾਂਗੇ। ਠੀਕ ਹੈ, ਨਹੀਂ ਉੱਥੇ ਜਾ ਕੇ ਆਪਦਾ ਪੱਖ ਪੇਸ਼ ਕਰਾਂਗੇ। ਇਹ ਵੀ ਕਰਨਗੇ, ਇਹਨਾਂ ਨੂੰ ਸੱਦਿਆ, ਦੋਨਾਂ ਪਾਰਟੀਆਂ ਸਾਨੂੰ ਸੱਦਿਆ, ਅਸੀਂ ਜਾਵਾਂਗੇ ਉੱਥੇ ਦੇਖਾਂਗੇ ਕੀ ਹੁੰਦਾ। ਬਾਕੀ ਜੇ ਸਾਨੂੰ ਇਨਸਾਫ ਮਿਲੂਗਾ ਠੀਕ ਆ, ਨਹੀਂ ਅਸੀਂ ਉਹ ਧਰਨਾ ਲਾਵਾਂਗੇ, ਕੁਛ ਕਰਾਂਗੇ, ਜੋ ਵੀ ਕਰਾਂਗੇ। ਠੀਕ ਹੈ ਸਰ, ਤੁਸੀਂ ਅੱਜ ਏਸੀਪੀ ਸਾਹਿਬ ਦੇ ਦਫ਼ਤਰ ਪਹੁੰਚੇ ਔਰ ਕੀ ਮੰਗ ਲੈ ਕੇ ਜਿਹੜਾ ਦੁਬਾਰਾ ਆਏ? ਜੋ ਏਸੀਪੀ ਸਾਹਨੇਵਾਲ ਆ ਉਹਨਾਂ ਨੇ ਅੱਜ ਸਾਨੂੰ ਬੁਲਾਇਆ ਸੀ ਇੱਥੇ ਵੀ ਜੋ ਪੀੜਤ ਪਰਿਵਾਰ ਆ, ਬੇਟੀ ਕੁਲਵਿੰਦਰ ਕੌਰ, ਉਹਨਾਂ ਦਾ ਪਰਿਵਾਰ ਤੇ ਪਿੰਡ ਦੇ ਮੋਤਵਾਰ ਜਿਹੜੇ ਬਿਆਨ ਦਰਜ ਕਰਵਾਉਣਾ ਚਾਹੁੰਦੇ ਨੇ ਉਹ ਬਿਆਨ ਦਰਜ ਕਰਵਾ ਸਕਦੇ ਨੇ। ਸੋ ਅੱਜ ਪੂਰੇ ਲੋਕਡਾਊਨ ਕਰਕੇ ਜਿੰਨੇ ਕਿ ਪਰਿਵਾਰਕ ਮੈਂਬਰ ਉਹਨਾਂ ਦੇ ਜਾਂ ਪਿੰਡ ਦੇ ਪਤਵੰਤੇ ਜਿਹੜੇ ਗੁਰਜਿੰਦਰ ਸਿੰਘ ਗੋਗੀ ਦੇ ਪੀੜਤ ਨੇ, ਜਿਨ੍ਹਾਂ ਨੇ ਹਮੇਸ਼ਾ ਹੀ ਗੁਰਜਿੰਦਰ ਗੋਗੀ ਨੇ ਉਹਨਾਂ ਨਾਲ ਪਿੰਡ ਪੱਧਰ 'ਤੇ ਧੱਕਾ ਕੀਤਾ। ਇੱਕ ਨੌਜਵਾਨ ਗੁਰਸਿੱਖ ਵੀਰ ਆ ਸਾਡਾ 18 ਸਾਲ ਦਾ, ਉਹਦੀ ਪੱਗ ਉਤਾਰਤੀ ਸੀ, ਨੰਬਰਦਾਰ ਸਾਹਿਬ ਦੀ ਦਾੜੀ ਪੱਟਤੀ ਸੀ। ਅੱਜ ਉਹ ਸਾਰੇ ਆਏ ਹੋਏ ਨੇ, ਉਹਨਾਂ ਦੇ ਮਾਤਾ ਪਿਤਾ ਵੀ, ਉਹਨਾਂ ਦੇ ਬੱਚੇ ਵੀ ਜਿਹੜੇ ਪੀੜਤ ਨੇ ਗੁਰਜਿੰਦਰ ਸਿੰਘ ਗੋਗੀ ਦੇ। ਮੈਂ ਜਿੱਥੇ ਸ਼੍ਰੀ ਏਸੀਪੀ ਸਾਹਿਬ ਨੂੰ ਸਾਡੇ ਨੂੰ ਬੇਨਤੀ ਕੀਤੀ ਆ, ਔਰ ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਤੇ ਸਤਵਿੰਦਰ ਕੌਰ ਬਿੱਟੀ ਜੋ ਹਲਕਾ ਇੰਚਾਰਜ ਨੇ ਸਾਡੇ ਕਾਂਗਰਸ ਪਾਰਟੀ ਦੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਅਜਿਹਿਆਂ ਬੰਦਿਆਂ ਦੀ ਮਦਦ ਨਾ ਕਰੋ ਅੰਦਰੂਨੀ। ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਥੋੜ੍ਹੇ ਦਿਨ ਪਹਿਲਾਂ ਹੀ ਸਰਦਾਰ ਦਲਜੀਤ ਸਿੰਘ ਜੀ ਅਟਵਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਬਣੇ ਨੇ, ਉਹਨਾਂ ਦਾ ਵੀ ਨਾਂ ਉੱਭਰ ਕੇ ਸਾਹਮਣੇ ਆ ਰਿਹਾ ਕਿ ਉਹ ਬਹੁਤ ਮਦਦ ਕਰਦੇ ਆ ਇਹਨਾਂ ਦੀ, ਗੁਰਜਿੰਦਰ ਸਿੰਘ ਗੋਗੀ ਦੀ।
ਸਰ ਜਦੋਂ ਤੁਸੀਂ ਮਾਮਲਾ ਇਹ ਪੂਰਾ ਚੁੱਕਿਆ, ਕਈ ਰਾਜਨੀਤਿਕ ਦਲਾਂ ਨੇ ਜਿਹੜਾ ਇਸ ਮਾਮਲੇ ਦੇ ਵਿੱਚ ਆਪਣਾ ਸੰਦਰਭ ਰੱਖਿਆ, ਆਪਣੇ ਅਨਮੋਲ ਗਗਨ ਮਾਨ ਜੀ ਵੀ ਉੱਥੇ ਪਹੁੰਚੇ, ਢਿੱਲੋਂ ਸਾਹਿਬ ਨੇ ਵੀ ਇਸ ਪੂਰੇ ਮਾਮਲੇ ਦੇ ਵਿੱਚ ਆਪਣਾ ਇੰਟਰਸਟ ਦਿਖਾਇਆ, ਪਰ ਜਿਹੜੇ ਏਰੀਏ ਦਾ ਮਾਮਲਾ ਆ ਹਲਕਾ ਸਾਹਨੇਵਾਲ ਦੇ ਅੰਦਰ ਇਹ ਸਾਰਾ ਆਂਦਾ, ਔਰ ਉਸ ਹਲਕੇ ਦੇ ਇੰਚਾਰਜ ਕਾਂਗਰਸ ਪਾਰਟੀ ਤੋਂ ਬੀਬਾ ਸਤਵਿੰਦਰ ਕੌਰ ਬਿੱਟੀ ਜੀ ਨੇ, ਉਹਨਾਂ ਦੇ ਵੱਲੋਂ ਕੋਈ ਵੀ ਜਿਹੜਾ ਬਿਆਨਬਾਜ਼ੀ ਹਜੇ ਤੱਕ ਨਹੀਂ ਆਈ। ਇਹਦੇ ਤੋਂ ਕੀ ਸਾਬਿਤ ਹੁੰਦਾ ਕਿ ਉਹ ਕਿਉਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਇਹ ਆਪਣੇ ਕਹਿੰਦੇ ਨੇ, ਕਹਿਣਾ ਨਹੀਂ ਚਾਹੀਦਾ, ਸਾਡੀ ਭੈਣ ਆ ਸਤਵਿੰਦਰ ਕੌਰ ਬਿੱਟੀ, ਜਦੋਂ ਬਿੱਲੀ ਦੇ ਬਲੂੰਗੜਿਆਂ ਨੂੰ ਸੇਕ ਲੱਗਦਾ ਨਾ ਤਾਂ ਉਹ ਆਪਣੇ ਬਲੂੰਗੜਿਆਂ ਨੂੰ ਚੱਕ ਕੇ ਇੱਧਰ ਉੱਧਰ ਭੱਜਦੀ ਆ, ਤੇ ਉਹ ਕਹਾਵਤ ਅੱਜ ਸੱਚ ਹੋ ਰਹੀ ਹੈ ਕਿ ਸਤਵਿੰਦਰ ਕੌਰ ਬਿੱਟੀ ਆਪਦੇ ਬਲਾਕ ਸੰਮਤੀ ਮੈਂਬਰ ਗੁਰਜਿੰਦਰ ਸਿੰਘ ਗੋਗੀ ਨੂੰ ਬਚਾਉਣ ਦੀ ਖਾਤਰ ਇਹ ਸਾਰੀ ਪੁਲਿਸ ਨੂੰ ਫੋਨ ਕਰਨੇ ਅੰਦਰ ਪ੍ਰਤੀ ਜਾਂ ਕਿਸੇ ਗੱਲ 'ਚ ਇਨਵੋਲਵਮੈਂਟ ਕਰਾਉਣ ਨਾ ਬਿਆਨ ਦੇਣਾ। ਉਹ ਇੱਕ ਸਾਡੀ ਧੀ ਆ ਸਤਵਿੰਦਰ ਕੌਰ ਬਿੱਟੀ ਵੀ, ਇਹ ਵੀ ਸਾਡੀ ਧੀ ਆ ਕੁਲਵਿੰਦਰ ਕੌਰ। ਜੇ ਆਪਾਂ ਧੀਆਂ ਦਾ ਦੁੱਖ ਨਹੀਂ ਦੇਖ ਸਕਦੇ, ਆਪਾਂ ਇਨਸਾਨੀਅਤ ਤੌਰ ਤੇ ਆਪਾਂ ਬੀਬੀਆਂ ਦੇ ਵਿੱਚ ਜਾਂਦੇ ਆ, ਵਿਚਰਦੇ ਆ, ਉਹਨਾਂ ਨੂੰ ਪਿਆਰ ਨਾਲ ਜੱਫੀਆਂ ਪਾ ਕੇ ਵੋਟਾਂ ਕਰਵਟ ਕਰਨ ਦੀ ਕੋਸ਼ਿਸ਼ ਕਰਦੇ ਆ। ਲੇਕਿਨ ਅੱਜ ਜਿੱਥੇ ਮਾਨਸਤਾ ਅੱਜ ਉਜਾਗਰ ਹੁੰਦੀ ਆ ਵੀ ਧੀ ਕੁਲਵਿੰਦਰ ਕੌਰ ਰਾਏਪੁਰ ਬੇਟ ਵਾਸਤੇ ਕੀ ਕੀਤਾ ਸਤਵਿੰਦਰ ਕੌਰ ਬਿੱਟੀ ਨੇ, ਕਿ ਇੱਕ ਆਪਾਂ ਸੋ ਕੋ ਮੰਦਾ ਆਖੇ ਜਿੱਤ ਜੰਮੇ ਰਜਾਨ। ਗੁਰੂ ਨਾਨਕ ਸਾਹਿਬ ਨੇ ਤਾਂ ਐਡੀ ਵੱਡੀ ਸ਼ਬਦ ਉਚਾਰਨ ਕੀਤੇ ਬਈ ਮਤਲਬ ਜਿਹੜੀ ਧੀ ਆ ਭੈਣ ਆ ਸਾਡੀ, ਉਹ ਇੱਕ ਰੱਬ ਦਾ ਰੂਪ ਆ, ਜਿਹਨੇ ਏਡੇ ਵੱਡੇ ਗੁਰੂ ਨਾਨਕ ਸਾਹਿਬ ਵਰਗੇ ਇਨਸਾਨਾਂ ਨੂੰ ਜਨਮ ਦਿੱਤਾ। ਤੇ ਅੱਜ ਉਹ ਸਾਡੀ ਧੀ ਇੱਕ ਦਲਿਤ ਵਰਗ ਪਰਿਵਾਰ ਦੀ, ਜੇ ਗਰੀਬ ਆ ਤਾਂ ਉਹਦੇ ਹੱਕ 'ਚ ਆਪਾਂ ਨਾਅਰਾ ਨਹੀਂ ਲਾ ਸਕਦੇ। ਤਾਂ ਸਾਨੂੰ ਇਨਸਾਨੀਅਤ ਨਾਤੇ ਮੁੰਡਿਆ ਸਾਹਿਬ, ਇੱਕ ਜਦੋਂ ਆਪਾਂ ਲੜਕੀ ਦੀ ਮਾਤਾ ਜੀ ਨਾਲ ਗੱਲ ਕਰ ਰਹੇ ਸੀਗੇ, ਇੱਕ ਬੜਾ ਸਟਰੋਂਗ ਜਿਹੜਾ ਦਾਵਾ ਉਹਨਾਂ ਦੇ ਵੱਲੋਂ ਕੀਤਾ ਗਿਆ ਸੀਗਾ ਗੁਰਜਿੰਦਰ ਸਿੰਘ ਗੋਗੀ ਵੱਲੋਂ, ਜਿਹਨਾਂ ਤੇ ਸਾਰੇ ਇਲਜ਼ਾਮ ਲਗਾਏ ਗਏ ਨੇ। ਉਹਨਾਂ ਨੇ ਇੱਕ ਦਾਵਾ ਕੀਤਾ ਸੀ ਕਿ ਜਿਸ ਦਿਨ ਦਾ ਇਹ ਵਾਕਿਆ ਉਸ ਦਿਨ ਲੜਕੀ ਨੇ ਗੁਲਾਬੀ ਸੂਟ ਪਾਇਆ ਹੋਇਆ ਸੀਗਾ, ਔਰ ਜਦੋਂ ਵੀਡੀਓ ਵਾਇਰਲ ਹੋਈ ਨੀਲੇ ਸੂਟ ਦੇ ਵਿੱਚ। ਇਹ ਸਵਾਲ ਜਦੋਂ ਲੜਕੀ ਦੀ ਮਾਤਾ ਨੂੰ ਕਿਹਾ ਤੇ ਉਹ ਮਾਤਾ ਵੀ ਕੁਝ ਪਲਾਂ ਦੇ ਲਈ ਚੁੱਪ ਕਰ ਗਈ ਸੀਗੀ, ਔਰ ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਸਾਡੀ 2 ਵਾਰੀ ਲੜਾਈ ਹੋਈ ਹੈ, ਪਹਿਲੇ ਦਿਨ ਜਿਹੜਾ ਗੁਲਾਬੀ ਸੂਟ ਸੀਗਾ, ਦੂਸਰੇ ਦਿਨ ਜਿਹੜਾ ਨੀਲਾ ਸੂਟ ਸੀਗਾ। ਪਰ ਸ਼ੁਰੂਆਤੀ ਜਦੋਂ ਉਹਨਾਂ ਨੇ ਗੱਲ ਕੀਤੀ ਸੀਗੀ ਉਦੋਂ ਇੱਕੋ ਦਿਨ ਦਾ ਵਾਕਿਆ ਦੱਸਿਆ ਜਾ ਰਿਹਾ ਸੀਗਾ। ਇਹ ਕਿਤੇ ਇਸ ਤਰ੍ਹਾਂ ਦੇ ਕੋਈ ਪੋਲੀਟੀਕਲ ਪ੍ਰੋਪਗੈਂਡਾ ਬਣ ਰਿਹਾ? ਪੋਲੀਟੀਕਲ ਪ੍ਰੋਪਗੈਂਡਾ ਦੇਖੋ, ਪੋਲੀਟੀਕਲ ਇਹੋ ਜਿਹੇ ਕੰਮ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ, ਜੋ ਧੀਆਂ ਭੈਣਾਂ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਅਸੀਂ ਇਹਦੇ ਭਰਾ ਬਣ ਕੇ ਸਭ ਤੇ ਮੇਰੀ ਗੱਲ ਸੁਣੋ, ਮੇਰੀ ਇੱਕ ਗੱਲ ਸੁਣੋ, ਤੁਸੀਂ ਜਿਹੜੀ ਸੂਟਾਂ ਦੀ ਗੱਲ ਕਰਦੇ ਹੋ, ਕਿਸੇ ਨੂੰ ਸੂਟ ਸੁੱਝਦਾ ਜਦੋਂ ਡੰਡੇ ਪਏ ਹੋਣ, ਕੁੱਟ ਪਈ ਹੋਵੇ, ਉਹਨੂੰ ਪਤਾ ਲੱਗੂਗਾ ਵੀ ਮੇਰੇ ਦੂਸਰੇ ਦਿਨ ਵੀ ਉਹਦੀ ਮਾਂ ਨੂੰ ਪਤਾ ਹੋਊਗਾ, ਉਹ ਤਾਂ ਆਪਣੇ ਬੱਚੇ ਨੂੰ ਬਚਾਉਣ 'ਚ ਪਏ ਨੇ। ਮੈਂ ਤੁਹਾਡੀ ਗੱਲ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜੀ, ਲੇਕਿਨ ਜਿਹੜੀ ਸਭ ਤੋਂ ਪਹਿਲਾਂ ਵੀਡੀਓ ਵਾਇਰਲ ਹੋਈ ਹੈ, ਉਹ ਵੀਡੀਓ ਦੇ ਵਿੱਚ ਅਸੀਂ ਅਗਰ ਸ਼ੁਰੂਆਤੀ ਕੁਝ ਮਤਲਬ 4 ਜਾਂ 5 ਸੈਕਿੰਡ ਦੀ ਵੀਡੀਓ ਦੇਖਾਂਗੇ ਤੇ ਲੜਕੀ ਨੇ ਜਿਹੜੀ ਹੱਸ ਕੇ ਗੱਲ ਸ਼ੁਰੂ ਕੀਤੀ ਹੈ। ਅਗਰ ਕਿਸੇ ਕੋਈ ਵੀ ਨਾਰਮਲ ਇਨਸਾਨ ਹੈ ਜਿਹਦੇ ਨਾਲ ਬੜੇ ਗੰਦੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੋਵੇ, ਉਹ ਬੰਦਾ ਕਦੀ ਹੱਸ ਨਹੀਂ ਸਕਦਾ। ਔਰ ਉਸ ਵੀਡੀਓ ਦੇ ਵਿੱਚ ਸਾਫ਼ ਜਿਹੜਾ ਦਿਖ ਰਿਹਾ ਕਿ ਲੜਕੀ ਹੱਸ ਕੇ ਗੱਲ ਸ਼ੁਰੂ ਕਰ ਰਹੀ ਹੈ, ਔਰ ਪਿੱਛੇ ਉਹਨੂੰ ਕੋਈ ਬੁਲਵਾ ਰਿਹਾ ਕਿ ਤੂੰ ਇੱਦਾਂ ਬੋਲ ਇੱਦਾਂ ਬੋਲ। ਉਹ ਤੁਸੀਂ ਹੱਸ ਲਓ, ਤੁਸੀਂ ਰੋ ਲਓ, ਮੇਰੀ ਗੱਲ ਸੁਣੋ, ਇਸ ਗੱਲ ਨੂੰ ਜਿਵੇਂ ਮਰਜ਼ੀ ਬਣਾ ਲਓ, ਮੀਡੀਆ ਵਾਲੇ ਚਾਹੇ ਲੋਕ, ਜਿਹੜੀ ਗੱਲ ਹੋ ਗਈ, ਜਿਹੜੀ ਕੁੜੀ ਨੂੰ ਹੱਥ ਪਾਇਆ, ਘਰ ਦੇ ਵਿੱਚ ਖਿੱਚ ਕੇ ਲੈ ਕੇ ਗਏ, ਉਹ ਲੈ ਕੇ ਗਏ ਕਿ ਨਹੀਂ ਲੈ ਕੇ ਗਏ, ਇਸ ਗੱਲ ਦਾ ਜਵਾਬ ਦਿਓ ਮੈਨੂੰ। ਜੋ ਗਲਤ ਹੈ ਜੀ ਉਹਨੂੰ ਤੇ ਸਾਰੀ ਤੁਸੀਂ ਗੱਲ ਸੁਣੋ ਮੇਰੀ, ਤੁਸੀਂ ਮੇਰੀ ਗੱਲ ਸੁਣੋ, ਆਪਣਾ ਜਿਹੜਾ ਦਰਦ ਆ ਉਹਨੂੰ ਹੱਸ ਕੇ ਜਾਂ ਰੋ ਕੇ ਦੋਨਾਂ ਤਰ੍ਹਾਂ ਬਿਆਨ ਕੀਤਾ ਜਾਂਦਾ। ਤੁਸੀਂ ਹੱਸਣ ਨੂੰ ਹੁਣ ਮਜ਼ਾਕੀਆ ਅੱਜ ਲੈ ਜਾਓ, ਮੇਰੀ ਗੱਲ ਸੁਣੋ, ਤੁਸੀਂ ਜਿਹੜੀ ਗੱਲ ਨੂੰ ਆਪਾਂ, ਮੇਰੀ ਗੱਲ ਸੁਣੋ, ਦਰਸਾਉਣ ਨੂੰ ਕੋਈ ਚੱਕਰ ਨਹੀਂ। ਅੰਦਰੂਨੀ ਆਤਮਾ, ਤੁਸੀਂ ਬੱਚੀ ਨੂੰ ਜਾ ਕੇ ਤੁਸੀਂ ਪਹਿਲੇ ਦਿਨ ਮੇਰੇ ਨਾਲ ਗਏ ਹੋ, ਉਹਦੇ ਕੀ ਹਾਲਾਤ ਸੀਗੇ ਸਿਵਲ ਹਸਪਤਾਲ ਦੇ ਵਿੱਚ, ਤੁਸੀਂ ਇਹ ਦੇਖੋ ਵੀ ਜਿਹੜੀ ਬੱਚੀ ਆ ਉਹਦੀ ਹਾਲਾਤ ਇਹੋ ਜਿਹੇ ਬਣੇ ਪਏ ਨੇ, ਉਹ ਹੱਸਦੀ ਰੋਂਦੀ ਇੱਕ ਉਹਦੀ ਹਾਲਾਤ ਬਣ ਗਏ ਨੇ, ਹੱਸਣਾ ਤੇ ਰੋਣਾ, ਕਿ ਉਹਦੇ ਨਾਲ ਉਹਦੇ ਪਹਿਲਾਂ ਸਹੁਰੇ ਪਰਿਵਾਰ ਨਾਲ ਕਲੇਸ਼ ਚੱਲਦਾ, ਉਧਰੋਂ ਵੀ ਵਿਚਾਰੀ ਦੁਖੀ ਆਈ ਆ, ਇੱਧਰੋਂ ਪਿੰਡ ਪੱਧਰ ਦੇ ਉੱਤੇ ਅਜਿਹੇ ਇਨਸਾਨ ਮਿਲ ਗਏ ਜਿਨ੍ਹਾਂ ਕੋਲ ਲੋਕ ਇਨਸਾਫ ਲੈਣ ਲਈ ਜਾਂਦੇ ਆ। ਉਹ ਇਨਸਾਫ ਲੈਣ ਦੀ ਬਜਾਏ ਉੱਥੋਂ ਕੁੱਟ ਮਾਰ ਤੇ ਉਹਦੀ ਬੇਇੱਜ਼ਤੀ ਹੋਵੇ, ਉਹਨੂੰ ਦਲਿਤ ਵਰਗ ਦੀਆਂ ਗਾਲਾਂ ਕੱਢੀ ਜਾਣ, ਜਾਤੀਵਾਦ ਦੀਆਂ ਚੂੜੇ ਚਮਾਰਾਂ ਦੀਆਂ ਗਾਲਾਂ ਕੱਢੀ ਜਾਣ। ਉਹਨੇ ਸਭ ਕਿਤੇ ਇਸ ਤਰ੍ਹਾਂ ਤੇ ਨਹੀਂ ਕਿ ਜਿਹੜਾ ਇਹ ਸਾਰਾ ਵਾਕਿਆ ਵਾ, ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਕਾਫੀ, ਕਿਉਂਕਿ ਆਏ ਦਿਨ ਆਪਾਂ ਇੱਦਾਂ ਦੇ ਦੇਖਦੇ ਹਾਂ ਕਿ ਵਾਕਿਆ ਜਿਹੜੇ ਹੁੰਦੇ ਰਹਿੰਦੇ ਨੇ, ਜਿਹੜਾ ਲੀਡਰਾਂ ਵੱਲੋਂ ਲੋਕਾਂ ਦੇ ਨਾਲ ਧੱਕਾ ਕੀਤਾ ਜਾਂਦਾ, ਕਿਤੇ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਜਿਹੜਾ ਇਹ ਸਾਰਾ ਕੁਝ ਇਸ ਤਰ੍ਹਾਂ ਦਾ ਹੋ ਰਿਹਾ। ਬਿਲਕੁਲ ਜੀ, ਇਹ ਬਿਲਕੁਲ ਸੱਤਾ ਦਾ ਨਸ਼ਾ ਉਹਨਾਂ ਨੂੰ ਇਹ ਆ ਵੀ ਸਾਡੇ ਪੁਲਿਸ, ਸਾਡਾ ਸਾਰਾ ਤੰਤਰ ਸਾਡਾ ਹੈਗਾ ਵੀ ਅਸੀਂ ਕਿਸੇ ਵੀ ਹਾਲਤ 'ਚ ਸਾਡੇ ਤੇ ਕੋਈ ਪਰਚਾ ਨਹੀਂ ਹੋ ਸਕਦਾ। ਲੇਕਿਨ ਉਹ ਭੁਲੇਖੇ ਦੇ ਵਿੱਚ ਨੇ, ਜਿਹੜਾ ਲੋਕਤੰਤਰ ਆ, ਜਿਹੜਾ ਲੋਕਾਂ ਦੀ ਆਵਾਜ਼ ਆ, ਆਵਾਮ ਦੀ ਆਵਾਜ਼ ਆ, ਉਹ ਸ਼ੋਰ ਆ ਵੀ ਇਹ ਪਰਚਾ ਹੋਊਗਾ ਹੀ ਹੋਊਗਾ। ਕਿਉਂਕਿ ਦੇਖੋ ਤੁਸੀਂ ਅੱਜ 50-55 ਬੰਦੇ ਪਿੰਡ ਦੇ ਵਿੱਚੋਂ ਉੱਠ ਕੇ ਆਏ ਨੇ, ਬੀਬੀਆਂ ਆਈਆਂ ਨੇ,
ਇਹ ਉਹਦੇ ਪਿੰਡ ਦੇ ਵਿੱਚ ਉਹਦੇ ਖਿਲਾਫ ਬਿਗਲ ਵੱਜ ਚੁੱਕਿਆ, ਜਿਹੜਾ ਲੋਕਾਂ ਨਾਲ ਧੱਕਾ ਕੀਤਾ ਹੋਇਆ। ਅਸੀਂ ਲੈਣ ਜਾਈਏ ਸਾਡੇ ਤੋਂ 5 ਬੰਦੇ ਨਹੀਂ ਇਕੱਠੇ ਹੋਣੇ ਪੋਲੀਟੀਕਲ ਤੌਰ ਤੇ। ਅੱਜ ਇਹ ਬੰਦੇ ਉਸ ਇਨਸਾਨ ਦੇ ਗੁਰਜਿੰਦਰ ਸਿੰਘ ਗੋਗੀ ਦੇ ਖਿਲਾਫ ਖੜੇ ਹੋ ਗਏ। ਇੱਕ ਪਿੰਡ ਦੇ ਵਿੱਚ ਮੂਵਮੈਂਟ ਚੱਲ ਪਈ ਵੀ ਇਹ ਇਨਸਾਨ ਹਰ ਇੱਕ ਬੰਦੇ ਨਾਲ ਧੱਕਾ ਕਰਦਾ, ਇੱਕ ਨਾ ਇੱਕ ਮਾਲਾ ਮਣਕਾ ਬਣ ਕੇ ਮਾਲਾ ਬਣਦੀ ਆ। ਇਹ ਪਿੰਡ ਦੇ ਵਿੱਚੋਂ ਮਾਲਾ ਪਰੋਈ ਗਈ ਆ ਆਪਸ ਵਿੱਚ ਹੀ ਇਹਨਾਂ ਦੀ, ਜੋ ਜਿਨ੍ਹਾਂ ਨਾਲ ਧੱਕਾ ਹੋਇਆ, ਜਿਨ੍ਹਾਂ ਨਾਲ ਜਾਤੀ ਹੋਈ ਹੀ ਆ, ਉਹ ਇਨਸਾਨ ਉੱਠ ਕੇ ਅੱਜ ਥਾਣੇ ਚੌਂਕੀਆਂ ਤੱਕ ਪਹੁੰਚ ਗਏ। ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਮਹਿਲਾਂ ਤੱਕ ਜਾਣਾ, ਜੇ ਪਰਚਾ ਨਹੀਂ ਹੁੰਦਾ ਇਹ ਇੱਥੇ ਨਹੀਂ ਨਿਬੜਨੀ, ਇਹ ਸਤਵਿੰਦਰ ਕੌਰ ਬਿੱਟੀ ਦੇ ਗੇਟਾਂ ਤੱਕ ਵੀ ਜਾਊ, ਇਹ ਕੈਪਟਨ ਅਮਰਿੰਦਰ ਸਿੰਘ ਦੇ ਮਹਿਲਾਂ ਤੱਕ ਵੀ ਜਾਊਗਾ। ਇਸ ਨੂੰ ਜਿੰਨਾ ਜਲਦੀ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਜਲਦੀ ਤੋਂ ਜਲਦੀ ਇਹਦਾ ਪਰਚਾ ਦਿੱਤਾ ਜਾ ਸਕਦਾ, ਜੋ ਉਹਦੀਆਂ ਧਾਰਾਵਾਂ ਬਣਦੀਆਂ ਨੇ ਤੇ ਦੇ ਕੇ ਪਰਚਾ ਨੂੰ ਲਾਮ ਕਰੋ ਤੇ ਪਰਿਵਾਰ ਨੂੰ ਇਨਸਾਫ ਮਿਲ ਸਕੇ। ਸਾਡੇ ਚੈਨਲ ਦੇ ਮਾਧਿਅਮ ਨਾਲ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਇਸ ਕੇਸ ਬਾਰੇ ਸੰਦੇਸ਼ ਦੇਣਾ ਚਾਹੋਗੇ ਜਾਂ ਕੋਈ ਮੰਗ ਜਿਹੜੀ ਤੁਸੀਂ ਉਹਨਾਂ ਦੇ ਸਾਹਮਣੇ ਰੱਖੋ? ਮੈਂ ਪਹਿਲਾਂ ਤਾਂ ਸਾਡੇ ਲੋਕਲ ਜੋ ਹਲਕਾ ਇੰਚਾਰਜ ਨੇ ਸਤਵਿੰਦਰ ਕੌਰ ਬਿੱਟੀ ਜੀ, ਉਹਨਾਂ ਨੂੰ ਬੇਨਤੀ ਕਰਦਾ। ਉਸ ਤੋਂ ਉਪਰੰਤ ਜੋ ਪੰਜਾਬ ਸਰਕਾਰ ਵਿੱਚ ਬੈਠੇ ਸਾਰੇ MLA ਸਾਹਿਬਾਨ, ਮੰਤਰੀ ਸਾਹਿਬਾਨ ਔਰ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਜੋ ਪੰਜਾਬ ਸਰਕਾਰ ਦੇ ਨੇ, ਸਾਰਿਆਂ ਨੂੰ ਬੇਨਤੀ ਕਰਦਾ, ਇਹ ਕਿਸੇ ਦੀ ਧੀ ਨਾਲ ਵੀ ਹੋ ਸਕਦਾ। ਇਹ ਜ਼ਰੂਰੀ ਨਹੀਂ ਅੱਜ ਕਾਂਗਰਸ ਵਾਲੇ ਧੱਕਾ ਕਰਦੇ ਆ ਦਲਿਤ ਪਰਿਵਾਰ ਦੀ ਧੀ ਦਾ, ਇਹ ਸਾਡੀਆਂ ਧੀਆਂ ਨਾਲ ਵੀ ਹੋ ਸਕਦਾ। ਇਸ ਕਰਕੇ ਇਨਸਾਨੀਅਤ ਨਾਤੇ ਤੁਸੀਂ ਸਾਰੇ ਉੱਠੋ ਔਰ ਇਸ ਗੰਦੇ ਇਨਸਾਨ ਨੂੰ ਗੁਰਜਿੰਦਰ ਸਿੰਘ ਗੋਗੀ ਨੂੰ ਉਹਦੀ ਬਣਦੀ ਸਜ਼ਾ ਉਹਨੂੰ ਦਿੱਤੀ ਜਾਵੇ।